देश दुनिया च वसते पंजाबियों को खुश आमदीद। मैं हरजिंदर सिंह रंधावा, तुम देख रहे हो पंजाब टैलीविजन और मेरे नाल ने सीनियर जर्नलिस्ट सरदार हमीर सिंह जी और सरदार जगतार सिंह जी। आप जी जी आए, थैंक यू जी, शुक्रिया जी। अज काफ़ी घटनावां भरपूर दिन सीगा। मुख मंत्री उन्हां पुलिस अफसरां नाल मुलाकात पाउंदे आ जिहड़े पिछले दिनां च काफ़ी सरगर्म रहे, उन्हां नाल चाह दे कप ते मिलदे ने। दूजा मामला भी अतैम आ, बेअदबी मामलिਆਂ ਤੋਂ ਬਾਅਦ ਜਿਹੜੀ ਕੋਟਕਪੂਰਾ ਦੇ ਵਿੱਚ ਗੋਲੀ ਕਾਂਡ ਹੁੰਦਾ ਹੈ ਉਹਦੇ ਨਾਲ ਸੰਬੰਧਿਤ SIT LK ਯਾਦਵ ਦੀ ਅਗਵਾਈ 'ਚ ਜਿਹੜੀ ਹੈ ਉਹ ਇੱਕ ਸਪਲੀਮੈਂਟਰੀ ਚਲਾਨ ਦੇ ਰੂਪ ਦੇ ਵਿੱਚ ਇੱਕ ਪਲੰਦਾ ਪੇਸ਼ ਕਰਦੀ ਹੈ, ਜਿਹਦੇ ਨਾਲ ਪੋਲੀਟੀਕਲ ਲੋਕਾਂ ਦੇ ਔਰ ਖਾਸ ਤੌਰ ਤੇ ਜਿਹੜੇ ਅਫਸਰ ਨੇ ਉਹਨਾਂ ਦੀਆਂ ਪ੍ਰਵਾਨਗੀਆਂ ਸਰਕਾਰ ਤੋਂ 19A ਤਹਿਤ ਉਹ ਸਾਰਾ ਚੀਜ਼ਾਂ ਉਹਦੇ ਵਿੱਚ ਨੱਥੀ ਹੁੰਦੀਆਂ ਨੇ। ਇਹਦੇ ਨਾਲ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ। ਅੱਜ ਐਡਵਾਈਜ਼ਰੀ ਬੋਰਡ NSA ਤੇ ਜਿਹੜਾ ਸਟੇਟ ਆਫ ਪੰਜਾਬ ਨੇ ਬਣਾਇਆ ਹੋਇਆ ਉਹਦੇ ਵਿੱਚ ਪੁਲਿਸ ਆਪਣਾ ਪੱਖ ਪੇਸ਼ ਕਰਦੀ ਆ। ਇਸੇ ਤਰੀਕੇ ਨਾਲ ਅਸੀਂ ਅੱਗੇ ਚੱਲਦੇ ਹਾਂ ਤਾਂ ਇੱਕ ਖਬਰ ਪਿਛਲੇ ਦਿਨਾਂ 'ਚ ਮਰ ਗਈ ਸੀ। ਵੱਡੀਆਂ ਖਬਰਾਂ ਦੇ ਵਿੱਚ ਕਿਸੇ ਵੇਲੇ ਕੋਈ ਬਹੁਤ ਵੱਡੀ ਖਬਰ ਵੀ ਸਾਈਡਲਾਈਨ ਹੋ ਜਾਂਦੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਜਿਹੜੇ ਤਾਕਤਵਰ ਨੇ, ਬਹੁਤ ਤਾਕਤਵਰ ਨੇ, ਫੈਸਲਾਕੁਨ ਹੁੰਦੇ ਆ ਬਹੁਤ ਮਾਮਲਿਆਂ 'ਚ, ਉਹਨਾਂ ਦਾ ਭਗਵੰਤ ਮਾਨ ਦੀ ਸਰਕਾਰ ਦੀ ਤਾਰੀਫ ਕਰਨਾ ਇਹ ਮਹਿਜ ਇੱਕ ਸੰਕੇਤ ਮਾਤਰ ਨਹੀਂ ਹੁੰਦਾ, ਇਹਦੇ ਬਹੁਤ ਅਰਥ ਹੁੰਦੇ ਨੇ। ਜਦੋਂ ਆਮ ਆਦਮੀ ਪਾਰਟੀ ਨਾਲ 36 ਦਾ ਅੰਕੜਾ ਹੈ ਦਿੱਲੀ 'ਚ ਤੇ ਪੰਜਾਬ ਦੀ ਸਰਕਾਰ ਚੰਗੀ ਲੱਗਣੀ, ਇਹਦੇ ਅਰਥ ਸਾਡੇ ਫੈਡਰਲ ਸਟਰਕਚਰ ਦੇ ਨਾਲ ਵੀ ਜਾ ਕੇ ਜੁੜਦੇ ਆ। ਸਾਡੇ ਗਵਰਨਰ ਸਾਹਿਬ ਕਈ ਮਾਮਲਿਆਂ ਦੇ ਵਿੱਚ ਅੱਜ ਕੱਲ੍ਹ ਸ਼ਾਂਤੀ 'ਚ ਨੇ, ਚੁੱਪ ਜੀ ਧਾਰ ਲਈ ਗਈ ਹੈ। ਫੈਡਰਲ ਸਟਰਕਚਰ ਦੇ ਨਜ਼ਰੀਏ ਤੋਂ ਇੱਕ ਵਾਰੀ ਫਿਰ ਹੋਰ ਮਾਮਲਾ ਅੱਗੇ ਆਉਂਦਾ ਜਦੋਂ ਅਦਾਲਤ ਵੱਲੋਂ ਤੇਲੰਗਾਨਾ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਕਲੀਅਰ ਲਫ਼ਜ਼ਾਂ ਦੇ ਵਿੱਚ ਰਾਜਪਾਲ ਨੂੰ ਡਾਇਰੈਕਸ਼ਨ ਜਾਰੀ ਕੀਤੀ ਜਾਂਦੀ ਹੈ ਕਿ ਮਾਮਲੇ ਦੱਬ ਕੇ ਨਹੀਂ ਬੈਠੋ, ਜਿੰਨੀ ਛੇਤੀ ਉਹਦੇ ਤੇ ਤੁਰੰਤ ਕਾਰਵਾਈ ਕਰੋ। ਇਹ ਕਾਫੀ ਸਾਰੇ ਮਾਮਲੇ ਇਕੱਠੇ ਜੁੜਦੇ ਆ, ਪਰ ਆਪਾਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ 2-3 ਘਟਨਾਵਾਂ ਨੂੰ ਸਿੱਧਿਆਂ ਐਡਰੈਸ ਕਰਦੇ ਆ। ਅਸਲ ਦੇ ਵਿੱਚ ਇਹ ਮਾਮਲਾ ਜਿਹੜਾ ਤਾਂ ਪਹਿਲਾਂ ਥੋੜਾ ਜਿਹਾ ਚੀਫ ਮਿਨਿਸਟਰ ਨਾਲ ਅਫਸਰਾਂ ਦਾ ਮਾਮਲਾ ਹੈ। ਇਟ ਮੀਨਸ ਚੀਫ ਮਿਨਿਸਟਰ ਸਾਰਿਆਂ ਤੋਂ ਬਹੁਤ ਸੰਤੁਸ਼ਟ ਨੇ ਟੋਟਲ ਕਾਰਵਾਈ ਤੋਂ, ਜਿਹੜੀ 18 ਤੋਂ ਲੈ ਕੇ ਹੁਣ ਤੱਕ ਹੋਈ ਹੈ। ਉਹਨਾਂ ਨੇ ਇੱਕ ਵਾਰੀ ਇੱਕ ਹੌਸਲਾ ਵਧਾਓ ਟੀ ਪਾਰਟੀ ਦੀ ਉਹ ਗੱਲ ਕਰਾਂਗੇ ਆਪਾਂ ਉਸ ਲੈਵਲ ਤੇ। ਹਾਲਾਂਕਿ ਕੋਈ ਬੰਦਾ ਕਿੰਨਾ ਚਿਰ ਕਿੱਧਰ ਚਲਾ ਗਿਆ, ਕਿਵੇਂ ਟਰੈਪ ਚੋਂ ਨਿਕਲ ਗਿਆ, ਕੀ ਇਹ ਸਿਸਟਮ ਸੀ, ਇਹਦਾ ਮਤਲਬ ਜਿੰਨਾ ਕੁ ਸੋਚਿਆ ਸੀ ਪਲਾਨਿੰਗ ਉਹਦੇ ਦਾਇਰੇ ਦੇ ਵਿੱਚ ਹੀ ਹੋਈ ਹੈ। ਇਹਦੇ ਤੋਂ ਇੱਕ ਗੱਲ ਸਾਬਤ ਹੁੰਦੀ ਹੈ, ਨਹੀਂ ਤਾਂ ਥੋੜਾ ਜਿਹਾ ਚੀਫ ਮਿਨਿਸਟਰ ਕਿਸੇ ਇੱਕ ਦੇ ਨਾਲ ਨਾਰਾਜ਼ ਵੀ ਹੁੰਦੇ ਦਿਖਾਈ ਦਿੰਦੇ, ਕੁਛ ਨਾ ਕੁਛ ਹੁੰਦਾ, ਕੋਈ ਜਾਂਚ, ਕੋਈ ਸਸਪੈਂਸ਼ਨ, ਕੋਈ ਕਿਸੇ ਟਾਈਪ ਦੀ ਕੋਈ ਗੱਲ ਇਹੋ ਜਿਹੀ ਹੁੰਦੀ। ਤੇ ਅੱਜ ਦੀ ਇਹ ਟੀ ਪਾਰਟੀ ਇਹ ਦੱਸਦੀ ਹੈ ਵੀ ਕਿਸੇ ਖਿਲਾਫ ਕੋਈ ਰੰਜ ਨਹੀਂ ਹੈ, ਕੋਈ ਗੱਲ ਨਹੀਂ ਹੈ। ਜਿਸ ਢੰਗ ਨਾਲ ਜੇ ਇੱਕ ਸਿਰਜਿਆ ਸੀ ਵਰਤਾਂਤ ਤੇ ਇੱਕ ਡਿਜ਼ਾਈਨ ਸੀਗਾ ਉਹ ਇਹੋ ਜਿਹਾ ਨਿਪਟਾ ਲਿਆ ਗਿਆ ਉਹਨਾਂ ਦੇ ਆਪਣੇ ਮੁਤਾਬਕ, ਇਹ ਗੱਲ ਦਿਖਾਈ ਦੇ ਰਹੀ ਹੈ। ਤੇ ਅਗਲੀ ਗੱਲ ਜਿਹੜੀ ਹੈ ਬੜੀ ਵੱਡੀ ਪੁਰਾਣਾ ਇਸ਼ੂ ਚੱਲਦਾ, ਕਿਉਂਕਿ ਬੇਅਦਬੀ ਦਾ ਮਾਮਲਾ ਹੁਣੇ ਵੀ ਅਜੇ ਤਾਜ਼ਾ ਮੋਰਿੰਡੇ ਦੇ ਗੁਰਦੁਆਰਾ ਕੋਤਵਾਲੀ ਸਾਹਿਬ ਦੇ ਵਿੱਚ ਹੋਇਆ। ਬੜਾ ਸੈਂਸਿਟਿਵ ਇਸ਼ੂ ਬਰਗਾੜੀ ਤੋਂ ਸ਼ੁਰੂ ਹੋਇਆ ਸੀ ਜਿਹੜਾ, ਤੇ ਬਰਗਾੜੀ ਗੁਰੂ ਗ੍ਰੰਥ ਸਾਹਿਬ ਦੀ ਚੋਰੀ ਤੋਂ ਲੈ ਕੇ ਬੇਅਦਬੀ ਤੋਂ ਲੈ ਕੇ ਫਿਰ ਕੋਟਕਪੂਰਾ ਜਿਹੜੀ ਤੇ ਉਹ ਹੁੰਦੀ ਹੈ, ਤੇ ਇੱਕ ਬਾਈਬਲ ਕਲਾ ਵੀ ਨਾਲ ਹੀ ਫਿਰ ਇੱਕ ਜੁੜੀ ਹੋਈ ਗੱਲ ਹੈ ਜਿਹੜੀ ਫਾਇਰਿੰਗ ਦੀ। ਤੇ ਉਹਦੇ 'ਚ ਹੁਣ ਸਪਲੀਮੈਂਟਰੀ ਚਲਾਨ ਹੋਇਆ। ਇੱਕ ਇਹਦੋਂ ਪਹਿਲਾਂ ਚਲਾਨ ਪੇਸ਼ ਕੀਤਾ ਸੀ 7000 ਪੰਨਿਆਂ ਦਾ, ਜਿਹੜਾ ਕਹਿ ਰਹੇ ਸੀਗੇ LK ਯਾਦਵ ਦੀ ਅਗਵਾਈ ਵਾਲੀ SIT ਨੇ, ਜਿਹਦੇ 'ਚ ਪਹਿਲੀ ਵਾਰ ਇਹ ਨਾਮ ਮੈਂਸ਼ਨ ਕੀਤੇ ਸੀਗੇ, ਪੋਲੀਟੀਕਲ ਨਾਮ ਕੁਝ, ਜਿਹਦੇ 'ਚ ਸੁਖਬੀਰ ਸਿੰਘ ਬਾਦਲ ਔਰ ਸੁਮੇਧ ਸੈਣੀ ਉਸ ਸਮੇਂ ਦੇ DGP ਨੂੰ, ਜਿਹੜੇ ਮੇਨ ਕੰਸਪੀਰੇਟਰ ਮਤਲਬ ਸਾਜ਼ਿਸ਼ ਘੜਤਾ ਜਿਹੜੇ ਘਾੜੇ ਕਿਹਾ ਗਿਆ ਸੀ, ਜਿਹੜੇ ਡੀਪ ਰੂਟਡ ਸਾਜ਼ਿਸ਼ ਹੈ, ਨਾਲ ਇਹ ਵੀ ਸ਼ਬਦ ਯੂਜ਼ ਕੀਤੇ ਗਏ, ਇਸਤੇਮਾਲ ਕੀਤੇ ਗਏ। ਔਰ ਨਾਲ ਹੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਉਸ ਸਮੇਂ ਦੇ ਚੀਫ ਮਿਨਿਸਟਰ ਸੀਗੇ ਤੇ ਬਾਕੀ ਦੇ ਹੋਰ ਪੁਲਿਸ ਅਫਸਰਾਂ ਨੂੰ ਉਹ ਸਾਜ਼ਿਸ਼ ਨੂੰ ਐਗਜ਼ੀਕਿਊਟ ਕਰਨ ਵਾਲੇ, ਉਹਦੇ ਵਿੱਚ ਉਹਨੂੰ ਅੱਗੇ ਵੱਧ ਕੇ ਮਤਲਬ ਇੱਕ ਅੰਜਾਮ ਦੇਣ ਵਾਲੇ ਕਿ ਕਿਵੇਂ ਤੱਥਾਂ ਨੂੰ ਲੁਕਾਉਣਾ ਹੈ, ਕਿਉਂ ਉਹਦੇ ਤੇ ਪਹਿਲਿਆਂ ਤੇ ਕਾਰਵਾਈ ਨਹੀਂ ਕਰਨਾ, ਉਹ ਸਾਰੀਆਂ ਚੀਜ਼ਾਂ ਤੇ ਲਈ ਮੰਨੇ ਗਏ ਸੀ। ਉਦੋਂ ਕਾਫੀ ਹੋਇਆ, ਸਾਰੀਆਂ ਪੇਸ਼ੀਆਂ ਵੀ ਪਈਆਂ ਬਾਕੀ, ਤੇ ਕਿਹਾ ਜਾ ਰਿਹਾ ਸੀ ਐਡੀਸ਼ਨਲ ਹੋਏਗਾ। ਔਰ ਇਹ ਐਡੀਸ਼ਨਲ ਜਿਹੜਾ ਚਲਾਨ ਹੈ ਇਹ ਐਕਚੁਅਲੀ ਚਲਾਨ ਜੋੜ ਕੇ ਆਇਆ, ਇਹ ਇਸ ਤਰ੍ਹਾਂ ਜੋੜ ਕੇ ਆਇਆ ਕਿ ਇਹ ਚਲਾਨ ਨਾਲ ਲੈ ਕੇ ਆਇਆ 2400 ਪੰਨਿਆਂ ਦੇ ਵਿੱਚ ਹੋਮ ਵਿਭਾਗ, ਗ੍ਰਹਿ ਵਿਭਾਗ, ਜਿਹੜੇ ਤੋਂ ਪਰਮਿਸ਼ਨ ਲੋੜੀਂਦੀ ਹੁੰਦੀ ਹੈ ਅੱਗੇ ਕੇਸ ਫਰਦਰ ਚਲਾਉਣ ਦੇ ਲਈ। ਪ੍ਰਾਈਮਾ ਫੇਸੀ ਤਾਂ ਮੰਨ ਲਿਆ ਜਾਂਦਾ ਚਾਹੇ ਇੱਕ ਜਾਂਚ ਦੇ ਵਿੱਚ ਆ ਹੋ ਗਿਆ, ਪਰ ਉਹ ਜਾਂਚ ਤੋਂ ਰੀਅਲ ਸੈਂਸ ਦੇ ਵਿੱਚ, ਅਸਲੀ ਸੈਂਸ ਦੇ ਵਿੱਚ ਕੇਸ ਨੂੰ ਫੋਲੋ ਕਰਨਾ, ਕੇਸ ਨੂੰ ਚਲਾਉਣਾ ਟ੍ਰਾਇਲ ਕੋਰਟ ਦੇ ਵਿੱਚ, ਤੇ ਉਹਦੇ ਲਈ ਸੰਬੰਧਿਤ ਡਿਪਾਰਟਮੈਂਟ ਦੀ ਜਾਂ ਗਵਰਨਮੈਂਟ ਦੀ ਇੱਕ ਕੰਪੀਟੈਂਟ ਅਥਾਰਟੀ ਜਿਹਨੂੰ ਕਿਹਾ ਜਾਂਦਾ, ਉਹਦੀ ਮਨਜ਼ੂਰੀ ਲੋੜੀਂਦੀ ਹੈ। ਇਹਦੇ 'ਚ ਗ੍ਰਹਿ ਵਿਭਾਗ ਨੇ ਲਿਖਿਆ ਕਲੀਅਰ ਕੱਟ ਕਿ ਅਸੀਂ
ਫੋਰੈਂਸਿਕ ਰਿਪੋਰਟਾਂ, ਤੱਥਾਂ, ਹਾਲਾਤਾਂ, ਦਲੀਲਾਂ ਦੇ ਪੂਰੇ ਇੱਕ ਜਿਹੜਾ ਪੇਸ਼ ਕੀਤਾ ਗਿਆ ਸਾਡੇ ਸਾਹਮਣੇ ਪੁਲੰਦਾ ਸੀ, ਉਹਦੇ ਵਿੱਚੋਂ ਗੁਜ਼ਰੇ ਆ। ਤਾਂ ਪ੍ਰਾਈਮਾ ਫੇਸੀ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹਨਾਂ ਬੰਦਿਆਂ ਤੇ ਬਿਲਕੁਲ ਇਹ ਡੀਪ ਰੂਟਡ ਸਾਜ਼ਿਸ਼ ਦੇ ਵਿੱਚ ਵੀ ਸ਼ਾਮਲ ਨੇ, ਇਹ ਐਗਜ਼ੀਕਿਊਟ ਕਰਨ ਦੇ ਵਿੱਚ ਵੀ ਸ਼ਾਮਲ ਨੇ। ਇਹਨਾਂ ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਫਰਦਰ ਉਸ ਮਾਮਲੇ ਦੇ ਵਿੱਚ। ਹੁਣ ਇੱਕ ਗੱਲ ਬੜੀ ਕਲੀਅਰ ਹੋ ਗਈ ਹੈ ਵੀ ਇਹਦਾ ਮਤਲਬ ਮੁਕੱਦਮਾ ਦਾ ਜਿਹੜਾ ਇੱਕ ਰਫਤਾਰ ਜਿਹੜੀ ਹੈ, ਜਿਹੜੀ ਮੁਕੱਦਮੇ ਦੀ ਇੱਕ ਰੈਗੂਲਰਿਟੀ ਹੁੰਦੀ ਹੈ ਕਿ ਹੁਣ ਕੋਈ ਪਰਮਿਸ਼ਨ ਆਉਣਗੀਆਂ ਨਹੀਂ ਆਉਣਗੀਆਂ, ਆ ਹੋਊਗਾ, ਉਹ ਗੱਲ ਖਤਮ ਹੋ ਗਈ ਹੈ। ਇੱਕ ਲੈਵਲ ਦਾ ਮੁਕੱਦਮਾ ਚੱਲੇਗਾ। ਔਰ ਅੱਜ ਅਗਲੀ ਪੇਸ਼ੀ ਜਿਹੜੀ 16 ਮਈ ਪਾਈ ਹੈ, ਅੱਜ ਅਦਾਲਤ ਨੇ ਸਾਰਿਆਂ ਨੂੰ ਪੇਸ਼ੀ ਤੋਂ ਛੂਟ ਦਿੱਤੀ ਸੀ, ਜਿਹੜੇ ਬੰਦੇ ਵੀ ਉਹਦੇ ਚ ਮੁਲਜ਼ਮ ਸੀ। ਅਗਲੀ ਪੇਸ਼ੀ ਤੇ ਸਾਰਿਆਂ ਨੂੰ ਸਮਨ ਕੀਤਾ ਗਿਆ, ਜਿਹੜੀ 16 ਮਈ ਦੀ ਹੋਏਗੀ। ਉਹਦੇ ਚ ਇਹ ਹੈ ਕਿ ਸਾਰੇ ਜਿਹੜੇ ਮੁਲਜ਼ਮ ਨੇ, ਜਿਹੜੇ ਵੀ 7-8 ਹੈਗੇ ਨੇ, ਤੇ ਅਗਲੇ ਪੁਲਿਸ ਅਫਸਰ ਉਮਰਾ ਨੰਗਲ ਤੋਂ ਲੈ ਕੇ ਬਾਕੀ ਸਾਰੇ ਚਹਿਲ ਤੱਕ ਤੇ ਜਿਹੜੇ ਨੇ, ਉਹਨਾਂ ਨੂੰ ਸਮਨ ਕੀਤਾ ਗਿਆ ਕਿ ਤੁਸੀਂ ਉਹਦੇ ਤੇ ਆਉਣਾ ਉਸ ਪੇਸ਼ੀ ਦੇ ਉੱਤੇ। ਤੇ ਇੱਕ ਹੋਰ ਗੱਲ ਇਹਦੇ ਨਾਲ ਐਡੀਸ਼ਨਲ ਨਾਲ ਦੀ ਨਾਲ ਹੈ ਕਿ 29 ਤਰੀਕ, ਅੱਜ 25 ਹੋ ਗਈ ਹੈ, 29 ਤਰੀਕ ਦੀ ਪੇਸ਼ੀ ਹੈ ਬਹਿਬਲ ਕਲਾਂ ਵਾਲੇ ਮਾਮਲੇ ਦੇ ਵੀ। ਉਹਦੇ ਤੇ ਵੀ ਇੱਕ ਚਲਾਨ ਦੀ ਉਮੀਦ ਬੜੇ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ ਕਿ ਜੀ ਸ਼ਾਇਦ ਉਹ ਵੀ ਆਏ ਜਾਂ ਅਜੇ ਠਹਿਰੂਗਾ, ਹਜੇ ਨਹੀਂ ਆਏਗਾ, ਕਿਉਂਕਿ ਚੋਣਾਂ ਵੀ ਬਹੁਤ ਮੈਟਰ ਕਰਦੀਆਂ ਨੇ ਚੀਜ਼ਾਂ ਨੂੰ ਦੇਖ ਕੇ, ਸਾਰੀਆਂ ਚੀਜ਼ਾਂ ਨੂੰ। ਇਲੈਕਸ਼ਨ ਅੱਜ ਕੱਲ੍ਹ ਪੋਲੀਟੀਸ਼ੀਅਨ ਦੇ ਲਈ, ਬਾਕੀ ਦੇ ਲਈ ਕਾਫੀ ਜ਼ਿਆਦਾ ਇੱਕ ਗੱਲ ਉਸ ਲੈਵਲ ਤੇ ਮਾਇਨੇ ਖੇਜ ਹੁੰਦੀ ਹੈ। ਔਰ ਉਹਨੂੰ ਧਿਆਨ ਰੱਖ ਕੇ 29 ਵੀ ਮਹੱਤਵਪੂਰਨ ਹੋ ਸਕਦਾ, ਜਾਂ ਉਹ ਅਜੇ 24 ਤੱਕ ਵੀ ਡਿਲੇ ਹੋ ਸਕਦਾ, ਥੋੜਾ ਬਹੁਤ ਹੋਰ ਅੱਗੇ ਚਲਾਇਆ ਜਾ ਸਕਦਾ। ਕੀ ਹੁੰਦਾ ਕੀ ਨਹੀਂ ਉਹ ਅਲੱਗ ਸਵਾਲ ਹੈ। ਪਰ ਇਹ ਗੱਲ, ਇੱਕ ਗੱਲ ਕਲੀਅਰ ਇਸ ਮੁੱਦੇ ਤੋਂ ਹੋ ਗਈ ਹੈ ਹੁਣ ਕਿ ਇਹ ਕੇਸ ਚੱਲੂਗਾ ਤੇ ਇਹਦੇ ਚ ਗਵਾਹ ਭੁਗਤਣਗੇ, ਬਾਕੀ ਹੋਣਗੇ। ਇਸ ਤੋਂ ਬਾਅਦ ਦਾ ਪ੍ਰੋਸੈਸ ਹੁਣ ਅਦਾਲਤ ਚ ਹੋਏਗਾ। SIT ਦਾ ਰੋਲ ਮੇਰੇ ਖਿਆਲ ਹੈ ਹੁਣ ਉੱਥੇ ਚਲਾਨ ਦੇਤਾ, ਬਾਕੀ ਦੇਤਾ। ਹੁਣ ਉਦੋਂ ਬਾਅਦ ਉਹਨਾਂ ਸਬੂਤਾਂ ਤੇ ਹੁਣ ਵਕੀਲਾਂ ਦਾ ਇੱਕ ਦੌਰ ਜਿਹੜਾ ਚੱਲਣਾ ਹੈ ਅਦਾਲਤ ਦੇ ਵਿੱਚ, ਕਿ ਅਦਾਲਤ ਕਿੰਨਿਆਂ ਨੂੰ ਮੰਨਦੀ ਹੈ, ਕਿੰਨੇ ਸਬੂਤਾਂ ਨੂੰ ਕਿਹਨਾਂ ਨੂੰ ਨਹੀਂ ਮੰਨਦੀ। ਇਹ ਪ੍ਰੋਸੈਸ ਸ਼ੁਰੂ ਹੋ ਗਿਆ ਅੱਜ ਤੋਂ ਬਾਅਦ। ਦੇਖੋ ਜਲੰਧਰ ਬਹੁਤ ਕਰੂਸ਼ਲ ਹੋ ਗਿਆ। 24 ਦੀ ਤੁਸੀਂ ਗੱਲ ਕਰ ਰਹੇ ਹੋ ਕਿ 24 ਤੋਂ ਪਹਿਲਾਂ ਨਹੀਂ, ਇਸ ਤਰ੍ਹਾਂ ਨਹੀਂ ਹੈ। 24 ਦੀ ਬੁਨਿਆਦ ਜਲੰਧਰ ਚ ਪਈ ਆ। ਜੇ ਸੱਤਾ, ਮੌਜੂਦਾ ਸੱਤਾ, ਥੱਲੇ ਵਾਲੀ ਸੱਤਾ, ਸਟੇਟ ਦੀ ਸੱਤਾ ਜਲੰਧਰ ਦੇ ਵਿੱਚ ਸ਼ਿਕਸਤ ਖਾਂਦੀ ਹੈ ਤਾਂ ਫਿਰ ਉਹਦੇ ਲਈ 24 ਬਹੁਤ ਔਖਾ ਹੋ ਜਾਊਗਾ। ਸੋ ਇਸ ਕਰਕੇ 29 ਤਰੀਕ ਨੂੰ ਤੁਸੀਂ ਪਾਸੇ ਲੈ ਕੇ ਨਹੀਂ ਜਾ ਸਕਦੇ। ਵੈਸੇ ਵੀ ਬਹੁਤ ਦੇਰ ਹੋ ਗਈ ਆ, ਇਹਨਾਂ ਨੂੰ ਕਿਸੇ ਇਲੈਕਸ਼ਨ ਦੇ ਨਜ਼ਰੀਏ ਤੋਂ ਦੇਖਿਆ ਨਹੀਂ ਜਾਣਾ ਚਾਹੀਦਾ। ਚਲਾਨ ਪੇਸ਼ ਹੋਣੇ ਚਾਹੀਦੇ ਆ ਜੇ SIT ਦੀ ਇਨਕੁਆਇਰੀ ਫਾਈਨਲ ਹੋ ਗਈ। ਸਰਦਾਰ ਜਗਤਾਰ ਸਿੰਘ ਜੀ, ਇਹਦੇ ਚ 2 ਸਵਾਲ ਤੇ 2 ਐਂਗਲ ਮੈਂ ਤੁਹਾਡੇ ਤੋਂ ਬਹੁਤ ਅਹਿਮ ਲੈਣੇ ਆ, ਬਾਕੀ ਜਿਵੇਂ ਤੁਸੀਂ ਮਰਜ਼ੀ ਇਹਨੂੰ ਅੱਗੇ ਵਧਾਉਣਾ ਚਾਹੋ। ਮੇਰੇ ਸਵਾਲ ਸਿਰਫ ਮਹਿਜ ਇੰਨੇ ਕਾ ਕਿ ਜਦੋਂ ਹੁਣ ਗੱਲ ਬਿਲਕੁਲ ਸਿੱਧੀ ਹੋ ਗਈ, ਪ੍ਰਵਾਨਗੀਆਂ ਹੋ ਗਈਆਂ, ਤੁਸੀਂ ਕਨਸਪੀਰੇਸੀ ਨੂੰ ਤੱਥਾਂ ਦੇ ਉੱਤੇ ਉਤਾਰਤਾ, ਅਦਾਲਤ ਨੇ ਹੁਣ ਇਹਦੇ ਟ੍ਰਾਇਲ 'ਚ ਮੰਨਣਾ ਹੈ, ਸਾਰੇ ਪੱਖ ਸੁਣੇ ਜਾਣੇ। ਪਰ ਕੀ ਜਿੰਨਾ ਡਿਲੇ ਹੋਇਆ, ਜਿਵੇਂ ਕੱਲ ਮਰਿੰਡੇ 'ਚ ਘਟਨਾ ਵਾਪਰੀ, ਜਿਵੇਂ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਨੇ, ਇਸ ਵਰਤਾਰੇ ਨੂੰ ਰੋਕਣ ਲਈ, ਇਸ ਪ੍ਰਕਰਨ ਨੂੰ ਠੱਲਣ ਲਈ ਜੇਕਰ ਕੋਈ ਵੀ ਸਟੇਟ, ਕੋਈ ਵੀ ਸਰਕਾਰ ਬਹੁਤ ਸੁਹਿਰਦਾ ਤੇ ਉਹਨੂੰ ਫਾਸਟ ਟਰੈਕ ਅਦਾਲਤ ਦਾ ਗਠਨ ਨਹੀਂ ਕਰਵਾਉਣ ਲਈ ਚਾਰਾਜੋਈ ਕਰਨੀ ਚਾਹੀਦੀ। ਉਹਨੂੰ ਮਾਣਯੋਗ ਹਾਈ ਕੋਰਟ ਦੇ ਵਿੱਚੋਂ ਇਸ ਮਾਮਲੇ ਦੇ ਵਿੱਚ ਤੁਰੰਤ ਪ੍ਰਭਾਵ ਨਾਲ, ਖਾਸ ਤੌਰ ਤੇ ਮੁੱਖ ਮੰਤਰੀ ਤਾਂ ਚੀਫ ਜਸਟਿਸ ਤੋਂ ਟਾਈਮ ਵੀ ਲੈ ਸਕਦੇ ਆ, ਤੇ ਫਿਰ ਇਹਦੇ ਉੱਤੇ ਦਿਨ ਤੋਂ ਦਿਨ ਤੱਕ, ਡੇ ਬਾਈ ਡੇ ਦੇ ਆਧਾਰ ਤੇ ਸੁਣਵਾਈ ਹੋ ਕੇ ਗੱਲ ਲੌਜੀਕਲ ਐਂਡ ਤੱਕ ਨਹੀਂ ਜਾਣੀ ਚਾਹੀਦੀ ਤੁਹਾਨੂੰ ਲੱਗਦਾ? ਬਾਕੀ ਤੁਸੀਂ ਜਿਵੇਂ ਇਸ ਗੱਲ ਨੂੰ ਅੱਗੇ ਵਧਾਉਣਾ ਚਾਹੋ। ਫਾਸਟ ਟਰੈਕ ਕੋਰਟ ਕਈ ਇਸ਼ੂਸ ਤੇ ਅੱਗੇ बढ़ती है, जिवें रेप केसेस सीगे, लोकल फैसला हो जाता, जुडिशरी कर लेंदे अपने आप भी कि ते फास्ट ट्रैक कोर्ट बननी चाहिए है, सरकार ने बनानी हुंदी है। इत्थे भी मेरे ख्याल दे विच जिस ढंग नाल पंजाब दे विच वार-वार ये वरतारा चल रहा है, इहनूं रोकण वास्ते कोई सख्त कदम, जो मैं सख्त कहना हुंदा, मैं ये नहीं कहता सज़ा सख्त होवे, और ये कि जिहड़ा जुडिशियल प्रोसैस है वो फास्ट होवे। तो साडा जिहड़ा सिस्टम है वो इन्ना स्लो है कि वो सालां बधी कि सारे निपटारे नहीं होंदे। जे आपां पुराने केस भी लै लईए तो हुण तक वर्चुअली उस तरह ही 15 तो शुरू होंदा वरतारा, आपां बाकी पिछे ना जाइए, 2015 तो लैके जिन्ने केस होए वो इस तरह ही रफ्तार फड़ी हुई है। मसलन हुण जिवें मौड़ ब्लास्ट है, किसी नूं पता ही नहीं भी केस कित्थे है, इन्वेस्टिगेशन कित्थे है। ये चंगी गल है कि पहली वार बरगाड़ी नाल संबंधित केस अगे तुर लगे। मैं इहनूं इमीडिएटली सियासत या चोण दे नाल नहीं जोड़दा, मैं इहनूं एक वरतारा लैके
ਉਹਦਾ ਇਨਸਾਫ ਕਿਵੇਂ ਮਿਲਣਾ ਹੈ, ਮੈਂ ਸਿਰਫ ਫਿਲਹਾਲ ਉਹਦੀ ਗੱਲ ਕਰੂੰਗਾ। ਇਹ ਵਾਪਰਿਆ ਵੀ ਇਸ ਕਰਕੇ ਸੀ ਕਿਉਂਕਿ ਜੁਡੀਸ਼ੀਅਲ ਸਿਸਟਮ ਦੇ ਵਿੱਚੋਂ ਇੱਕ ਕਲਪਰੇਟ ਨੂੰ ਐਗਜ਼ੈਂਪਟ ਕਰ ਦਿੱਤਾ ਗਿਆ ਸੀਗਾ। ਜਦੋਂ 2012 ਦੇ ਵਿੱਚ ਡੇਰਾ ਸੱਚਾ ਸੌਦਾ ਦੇ ਚੀਫ ਦੇ ਖਿਲਾਫ ਜਿਹੜਾ ਕੇਸ ਸੀ ਉਹ ਕੋਰਟ 'ਚ ਵਾਪਸ ਲਿਆ ਗਿਆ, ਉਹਦੇ ਨਾਲ ਉਹਨਾਂ ਲੋਕਾਂ ਦੇ ਹੌਸਲੇ ਖੁੱਲ ਗਏ। ਜ਼ਿਆਦਾ ਜੁਡੀਸ਼ੀਅਲ ਪ੍ਰੋਸੈਸ ਨੂੰ ਉਸ ਵੇਲੇ ਆਪਣਾ ਕੰਮ ਕਰਨ ਦਿੰਦੇ। ਜਦੋਂ ਤੁਸੀਂ ਜੁਡੀਸ਼ੀਅਲ ਪ੍ਰੋਸੈਸ ਸਕਟਲ ਕਰਦੇ ਹੋ, ਸਰਕਾਰ ਸਕਟਲ ਕਰ ਦੇਵੇ, ਤੇ ਉਹਦੇ ਰਿਜ਼ਲਟ ਹੁਣ ਸਭ ਦੇ ਸਾਹਮਣੇ। 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ। ਬੁਰਜ ਪਿੰਡ ਤੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਚੋਰੀ ਹੋਈ, ਤੇ ਉਸ ਤੋਂ ਬਾਅਦ 12 ਅਕਤੂਬਰ ਨੂੰ ਉਹਦੇ ਪੱਤਰੇ ਖਿਲਰੇ ਹੋਏ ਬਰਗਾੜੀ ਪਿੰਡ ਦੀਆਂ ਗਲੀਆਂ 'ਚ ਮਿਲੇ। ਉਸ ਤੋਂ ਪਹਿਲਾਂ ਵੀ ਕਈ ਕੁਝ ਵਾਪਰਿਆ। ਸਿੱਖਾਂ ਨੂੰ ਗਾਲਾਂ ਕੱਢੀਆਂ ਗਈਆਂ ਪੋਸਟਰ ਲਾ ਕੇ ਵੀ ਇਹ ਤੁਹਾਡਾ ਗੁਰੂ ਸਾਡੇ ਕਬਜ਼ੇ ਦੇ ਵਿੱਚ। ਚਲੋ ਹੁਣ ਇਹ ਜਿਹੜਾ ਕੋਟਕਪੂਰਾ ਹੈ ਉਸੇ ਨੈਰੇਟਿਵ ਨਾਲ ਸੰਬੰਧਿਤ ਹੈ। ਉਹਨਾਂ ਲੋਕਾਂ ਦੇ ਪੁਲਿਸ ਨੇ ਐਕਸ਼ਨ ਲਿਆ ਸੀ ਜਿਹੜੇ ਉਸ ਬੇਅਦਬੀ ਦਾ ਇਨਸਾਫ ਮੰਗ ਰਹੇ ਸੀ। ਕੋਟਕਪੂਰੇ ਤੋਂ ਠੀਕ 3 ਘੰਟੇ ਬਾਅਦ ਬਹਿਬਲ ਕਲਾਂ ਗੋਲੀ ਚੱਲੀ, ਜਿਹਦੇ 'ਚ 2 ਲੋਕ ਮਾਰੇ ਗਏ ਸੀ। ਹੁਣ ਸਰਕਾਰ ਅਕਾਲੀ ਦਲ ਦੀ ਹੋਵੇ, ਐਕਸ਼ਨ ਉਹਨਾਂ ਲੋਕਾਂ ਤੇ ਹੋਵੇ ਜਿਹੜੇ ਇਨਸਾਫ ਦੀ ਮੰਗ ਕਰ ਰਹੇ ਸੀ, ਤੇ ਇਨਸਾਫ ਵੀ ਗੁਰੂ ਦੀ ਬੇਅਦਬੀ ਦਾ। ਇਹਦੇ 'ਚ ਬੇਸਿਕ ਇਸ਼ੂ ਹੈ। ਬਾਕੀ ਤਾਂ ਸਰਕਾਰ ਕੋਈ ਵੀ ਹੋ ਸਕਦੀ ਹੁੰਦੀ ਹੈ, ਮੈਂ ਇਹਨੂੰ ਇਸ ਐਂਗਲ ਤੋਂ ਲੈਂਦਾ। ਔਰ ਇੱਕ ਦਿਲਚਸਪ ਪਹਿਲੂ ਜਿਹੜਾ ਸੀਗਾ, ਖਾਸ ਕਰਕੇ ਬਹਿਬਲ ਕਲਾਂ ਪੁਲਿਸ ਫਾਇਰਿੰਗ ਦੇ ਵਿੱਚ, ਉਹ ਸਰਕਾਰੀ ਰਿਕਾਰਡ ਦੇ ਵਿੱਚ ਜਿਹੜੀ ਪੁਲਿਸ ਉੱਥੇ ਆਈ ਸੀ ਉਹ ਕਹਿੰਦੇ ਵੀ ਅਣਪਛਾਤੀ ਹੈ। ਹੁਣ ਅਣਪਛਾਤੀ ਪੁਲਿਸ ਕਿਹਨੇ ਕਦੋਂ ਰਿਕਰੂਟ ਕੀਤੀ ਇਹ ਤਾਂ ਕਦੇ ਦੱਸਿਆ ਹੀ ਨਹੀਂ ਗਿਆ। ਸੋ ਇਹ ਬੜੀਆਂ ਮਲਟੀਪਲ ਡਾਇਮੈਂਸ਼ਨ ਸਾਰੀ ਗੱਲ ਦੀਆਂ ਹੈਗੀਆਂ। ਕੇਸ ਤੁਰਿਆ ਹੈ, ਮੇਰੇ ਖਿਆਲ ਦੇ ਵਿੱਚ ਇਹਨੂੰ ਸਪੈਸ਼ਲ ਕੋਰਟ ਟਰਾਈ ਕਰਨੀ ਚਾਹੀਦੀ ਹੈ। ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹੈ ਕਿ ਜਿੰਨੇ ਛੇਤੀ ਹੋ ਸਕੇ ਇਹਨਾਂ ਕੇਸਾਂ ਦੇ ਵਿੱਚ ਇਨਸਾਫ ਮਿਲਣਾ ਚਾਹੀਦਾ ਹੈ। ਇਹ ਠੀਕ ਹੈ ਕਿ ਇੱਕ ਜਿਹੜੀ ਇਹਦੀ ਟਾਈਮਿੰਗ ਹੈ ਉਹ ਇਸ ਵੇਲੇ ਇਮੀਡੀਏਟਲੀ ਜਲੰਧਰ ਲੋਕ ਸਭਾ ਬਾਈ ਇਲੈਕਸ਼ਨ ਦੇ ਨਾਲ ਸੰਬੰਧਿਤ ਹੈ। ਇਲੈਕਸ਼ਨਾਂ ਤੋਂ ਪਹਿਲਾਂ ਵੀ ਬਹੁਤ ਆਉਂਦੀਆਂ ਰਹੀਆਂ, ਲੇਕਿਨ ਕਈ ਵਾਰੀ ਟਾਈਮਿੰਗ ਕਰੂਸ਼ਲ ਇਸ ਕਰਕੇ ਹੋ ਜਾਂਦੀ ਹੈ ਕਿ ਸੱਤਾ ਵੀ ਫਸੀ ਹੁੰਦੀ ਹੈ। ਲੋਕ ਵੀ ਇਹਨਾਂ ਗੱਲਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਆ ਕਿ ਕਦੋਂ ਕਿਸ ਗੱਲ ਨੂੰ ਮਨਾਏ ਜਾਣ ਦਾ ਮੌਕਾ। ਬੜੀ ਵਾਰੀ ਕੋਲੀਸ਼ਨ ਗਵਰਨਮੈਂਟਸ ਇਸ ਕਰਕੇ ਵੀ ਸਹਾਈ ਖੇਤਰੀ ਪਾਰਟੀਆਂ ਲਈ ਹੋ ਜਾਂਦੀਆਂ ਕਿਉਂਕਿ ਇੱਕ ਸੀਟ ਦਾ ਮੁੱਲ ਪੈ ਜਾਂਦਾ। ਅਦਰਵਾਈਜ਼ ਪੰਜਾਬ ਵਰਗੀਆਂ 13 ਸੀਟਾਂ ਨੂੰ ਕੇਂਦਰ ਦੇ ਵਿੱਚ ਕੌਣ ਪੁੱਛਦਾ ਸੀਗਾ। ਲੇਕਿਨ ਕਈ ਵਾਰੀ ਇਸ ਤਰ੍ਹਾਂ ਹੁੰਦਾ ਰਿਹਾ, ਤੇ ਕਈ ਵਾਰੀ ਗੁਜਰਾਲ ਸਾਹਿਬ ਵਰਗੇ ਲੋਕ ਵੀ ਇਹਦੇ 'ਚ। ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾਉਣਾ ਸਰਦਾਰ ਜਗਤਾਰ ਸਿੰਘ ਜੀ, ਪਰ ਮੈਨੂੰ ਇੱਕ ਨਾਲ ਇਹ ਵੀ ਸਵਾਲ ਦਾ ਜਵਾਬ ਤੁਹਾਡੇ ਤੋਂ ਚਾਹੀਦਾ ਹੈ ਕਿ ਕੀ ਇੰਨੇ ਪ੍ਰਭਾਵਸ਼ਾਲੀ ਲੋਕ ਇਹਨਾਂ ਕੇਸਾਂ ਨੂੰ ਤੁਰੰਤ ਪ੍ਰਭਾਵ ਨਾਲ ਫੈਸਲਾਕੁਨ ਹੋਣ ਦੇਣਗੇ, ਜਿਨ੍ਹਾਂ ਕੋਲੇ ਸੁਪਰੀਮ ਕੋਰਟ ਤੱਕ ਵੱਡੇ ਵੱਡੇ ਵਕੀਲ ਕਰਨ ਦੀ ਕੁਵਤ ਹੈ, ਜਿਨ੍ਹਾਂ ਕੋਲੇ ਕੋਈ ਕਮੀ ਨਹੀਂ ਹੈ, ਔਰ ਜਿਨ੍ਹਾਂ ਕੋਲੇ ਕਿਸੇ ਵੀ ਕੇਸ ਨੂੰ ਟਾਲ ਦੇਣ ਦੀ 100 ਬਹਾਨੇ ਹੋਣਗੇ, ਤੇ ਉਹ ਜਿਹੜੀਆਂ ਸਾਡੀਆਂ ਇਸ ਸਿਸਟਮ ਦੀਆਂ ਖਾਮੀਆਂ ਉਹਨੂੰ ਖੂਬ ਯੂਜ਼ ਕਰਨਾ ਵੀ ਜਾਣਦੇ ਹੋਣ, ਉਹ ਭਾਵੇਂ ਪੁਲਿਸ ਅਫਸਰ ਹੋਣ, ਭਾਵੇਂ ਪੋਲੀਟੀਕਲ ਬੰਦੇ ਹੋਣ। ਅਸੀਂ ਕਿਸੇ ਖਾਸ ਵਿਅਕਤੀ ਵਿਸ਼ੇਸ਼ ਦਾ ਜ਼ਿਕਰ ਨਹੀਂ ਕਰਦੇ, ਪਰ ਇਹ ਕੇਸ ਇਨਸਾਫ ਦੇ ਵਿੱਚ ਕਿੰਨੀਆਂ ਹਰਡਲਸ ਹੋਣਗੀਆਂ, ਕਿੰਨੀਆਂ ਸਰਕਾਰਾਂ ਹੋਰ ਨਿਕਲ ਜਾਣਗੀਆਂ, ਇਨਸਾਫ ਹੋਊਗਾ ਵੀ ਕਿ ਨਹੀਂ ਹੋਊਗਾ, ਇਹ ਸਵਾਲ। ਇੱਕ ਕਚਹਿਰੀ ਲੋਕਾਂ ਦੀ ਵੀ ਹੈ। ਜਿਹੜੀ ਲੋਕਾਂ ਦੀ ਕਚਹਿਰੀ ਹੈ, ਉਹਨਾਂ ਨੇ ਆਲਰੇਡੀ ਜਿਹੜੇ ਸਿਆਸੀ ਬੰਦੇ ਸੀਗੇ ਉਹਨਾਂ ਨੂੰ ਸਜ਼ਾ ਦੇਤੀ ਔਰ ਵਾਰ-ਵਾਰ ਸਜ਼ਾ ਦੇ ਰਹੇ। ਸੋ ਉਹ ਇਨਸਾਫ ਆਪਣੀ ਥਾਂ ਤੇ ਆ। ਇਹ ਜਿੰਨਾ ਮਰਜ਼ੀ ਜੇ ਇਹ ਆਪਣੇ ਆਪ ਨੂੰ ਦੋਸ਼ ਮੁਕਤ ਕਰਨਾ ਚਾਹੁੰਦੇ ਆ ਤਾਂ ਮੇਰੇ ਖਿਆਲ ਦੇ ਵਿੱਚ ਇਹਨਾਂ ਨੂੰ ਇਹ ਪ੍ਰੋਸੈਸ ਦੇ ਵਿੱਚ ਹਰਡਲ ਕ੍ਰੀਏਟ ਹੀ ਨਹੀਂ ਕਰਨੀ ਚਾਹੀਦੀ। ਰਾਦਰ ਇਹਨਾਂ ਨੂੰ ਖੁਦ ਆਫਰ ਕਰਨੀ ਚਾਹੀਦੀ ਸੀਗੀ ਕਿ ਜੇ ਇਹ ਨਿਰਦੋਸ਼ ਹੈਗੇ ਤੇ ਇਹ ਅਦਾਲਤ ਸਾਹਮਣੇ ਪੇਸ਼ ਹੋਣ ਤੇ ਆਪਣੇ ਆਪ ਨੂੰ ਉੱਥੋਂ ਬਰੀ ਕਰਵਾ ਕੇ ਲੋਕਾਂ ਦੀ ਕਚਹਿਰੀ ਦੇ ਵਿੱਚ ਜਾਣ। ਇਹ ਜਿਹੜੀ ਉਲਟਾ ਵਰਤਾਰਾ ਚੱਲ ਰਿਹਾ ਨਾ ਕਿ ਇਹ ਹਰ ਲੈਵਲ ਤੇ ਹਰਡਲ ਕ੍ਰੀਏਟ ਕੀਤੀ ਜਾ ਰਹੀ ਹੈ, ਉਹ ਇਹਨਾਂ ਵਾਸਤੇ ਕਾਊਂਟਰ ਪ੍ਰੋਡਕਟਿਵ ਹੈ। ਤੇ ਸਿਆਸੀ ਤੌਰ ਤੇ ਮੈਨੂੰ ਪਤਾ ਨਹੀਂ ਇਹਨਾਂ ਦੇ ਐਡਵਾਈਜ਼ਰ ਕੀ ਸਲਾਹ ਦਿੰਦੇ ਆ। ਮੇਰੇ ਖਿਆਲ 'ਚ ਇਹਨਾਂ ਨੂੰ ਥਰੂ ਕੋਰਟ ਆਪਣੇ ਆਪ ਨੂੰ ਦੋਸ਼ ਮੁਕਤ ਕਰਾਉਣਾ ਚਾਹੀਦਾ ਹੈ। ਦੋਸ਼ ਇਹ ਨਹੀਂ ਹੈ ਕਿ ਇਹਨਾਂ ਨੇ ਬੇਅਦਬੀ ਕਰਾਈ, ਦੋਸ਼ ਇਹ ਹੈ ਕਿ ਜਿਹੜਾ ਉਹ ਵਰਤਾਰਾ ਸੀਗਾ, ਜਿਹੜਾ ਨੈਰੇਟਿਵ ਹੈ ਜਿਹਦੇ ਵਿੱਚ ਇਹ ਸਾਰਾ ਕੁਝ ਰੂਟਡ ਹੈ, ਉਹਦੇ ਵਾਸਤੇ ਕੌਣ ਜ਼ਿੰਮੇਦਾਰ ਹੈ। ਨੰਬਰ 2, ਕੋਟਕਪੂਰੇ ਪੁਲਿਸ ਕਿਉਂ ਭੇਜੀ ਗਈ? ਲੋਕ ਸ਼ਾਂਤੀਪੂਰਵਕ ਬੈਠੇ ਪ੍ਰੋਟੈਸਟ ਕਰ ਰਹੇ ਸੀ, ਆਪਣੇ ਬਹਿਬਲ ਕਲਾਂ ਸਾਈਡ ਲਿੰਕ ਰੋਡ ਤੇ ਬੈਠੇ ਸੀ ਜਿੱਥੇ ਗੋਲੀ ਚੱਲੀ। ਸੋ ਇਹ ਗੱਲਾਂ ਜਵਾਬ ਮੰਗਦੀਆਂ ਹੈ। ਸੋ ਇਹਨਾਂ ਨੂੰ ਦੋਸ਼ ਮੁਕਤ ਹੋਣਾ ਚਾਹੀਦਾ ਮੇਰੇ ਖਿਆਲ ਦੇ ਵਿੱਚ। ਸਰਦਾਰ ਹਰਮੀਤ ਸਿੰਘ ਜੀ, ਛੋਟੀ ਜਿਹੀ ਟਿੱਪਣੀ ਇਹਦੇ ਉੱਤੇ ਮੈਂ ਤੁਹਾਡੀ ਮੁੱਲਵਾਨ ਸਮਝੂੰਗਾ ਕਿ ਜਦੋਂ ਵਿਅਕਤੀ ਬਹੁਤ ਅਹਿਮ ਹੋਣ ਤੇ ਫਿਰ
ਕੇਸਿਸ ਤੇ ਫੈਸਲੇ ਅਮੂਮਨ ਬਹੁਤ ਸਾਲਾਂ ਤੱਕ ਲਟਕਦੇ ਨੇ। ਸੋ ਤੁਹਾਨੂੰ ਲੱਗਦਾ ਹੈ ਕਿ ਇਹ ਜਿੰਨਾ ਸਪੀਡ ਅਪ ਹੋ ਰਿਹਾ, ਇਹ ਸਪੀਡ ਅਪ ਸਿਰਫ ਫਾਰ ਦਾ ਟਾਈਮ ਬੀਇੰਗ ਆ, ਇਹ ਪੂਰੀ ਤਰ੍ਹਾਂ ਆਪਣੇ ਅੰਜਾਮ ਤੱਕ ਪਹੁੰਚਦਾ ਦਿਸਦਾ ਨਹੀਂ? ਨਹੀਂ, ਇਹ ਸਪੀਡ ਅਪ ਤਾਂ ਅਜੇ ਤੱਕ ਕੱਲਾ ਐਗਜੈਕਟਿਵ ਸਾਈਡ ਤੋਂ ਹੋ ਰਿਹਾ ਹੈ, ਪੁਲਿਸ ਸਾਈਡ ਤੋਂ, ਇਨਵੈਸਟੀਗੇਟਿਵ ਸਾਈਡ ਤੋਂ, ਕਿ ਜੀ ਹਾਂ ਉਹਨਾਂ ਨੇ ਚਲਾਨ ਪੇਸ਼ ਕਰਤਾ ਜੀ, ਚਲਾਨ ਲੇਟ ਐ ਤਾਂ ਮੌਕੇ ਤੇ ਪਹਿਲਾਂ ਤਾਂ ਲੇਟ ਹੋ ਹੀ ਰਿਹਾ ਲਗਾਤਾਰ ਉਸ ਸਾਈਡ ਤੇ। ਅਜੇ ਕੋਰਟ ਟ੍ਰਾਇਲ ਤਾਂ ਚੱਲਣਾ ਹੈ। ਸਭ ਤੋਂ ਬੁਨਿਆਦੀ ਸਵਾਲ ਇਹ ਹੁੰਦਾ ਕਿ ਕੀ ਟ੍ਰਾਇਲ ਕੋਰਟ ਦੇ ਵਿੱਚ ਨਿਪਟ ਜੇ ਸਮੇਂ ਤੱਕ ਸਮਾਂ ਰਹਿੰਦੇ? ਜਿਵੇਂ ਅਜੇ ਇੱਕ ਦਿਨ ਪਹਿਲਾਂ ਦਾ ਕੁਐਸਚਨ ਹੈ, ਸੁਪਰੀਮ ਕੋਰਟ ਦੇ ਵਿੱਚ ਲਖੀਮਪੁਰ ਖੀਰੀ ਦਾ ਕੇਸ ਲੱਗਿਆ ਹੋਇਆ ਸੀ, ਪ੍ਰਸਾਦ ਭੂਸ਼ਣ ਵਕੀਲ ਸੀ, ਉਹਨਾਂ ਨੇ ਕਿਹਾ ਡੇ ਟੂ ਡੇ ਬੇਸਿਸ ਤੇ ਕਰ ਦਿਓ ਆਰਡਰ ਤਾਂ ਕਿ ਇਹ ਡੇਲੀ ਹੋਏਗਾ। ਉਹਦਾ ਕਾਰਨ ਇਹ ਕਹਿੰਦੇ ਜਿਹੜੇ ਇਸ ਪ੍ਰੋਸੈਸ ਚੱਲ ਰਿਹਾ ਹੁਣ, ਉਹਨੇ ਐਨਾਲਿਸਿਸ ਕਰਕੇ ਦੱਸਿਆ ਕਿ 20 ਸਾਲ ਲੱਗਣਗੇ। ਕਿੰਨੇ ਗਵਾਹ ਨੇ? ਅਜੇ ਤੱਕ ਤਿੰਨ ਤੇ ਜੱਜਮੈਂਟ ਬਹਿਸ ਹੋਈ ਹੈ। ਉਦੋਂ ਬਾਅਦ ਜਦੋਂ ਪੂਰੇ ਗਵਾਹ ਭੁਗਤਣਗੇ ਫਿਰ ਕਾਊਂਟਰ ਦੂਜੇ ਵਕੀਲ ਲੈਂਦੇ ਨੇ। ਉਹ ਕਹਿੰਦੇ ਜੇ ਐਵੇਂ ਚੱਲਿਆ ਤਾਂ ਇਹ 20 ਸਾਲ ਟ੍ਰਾਇਲ ਕੋਰਟ ਚੋਂ ਨਹੀਂ ਜਾਣਾ ਲਖੀਮਪੁਰ ਖੀਰੀ ਦਾ ਕੇਸ। ਪਰ ਅਦਾਲਤ ਨੇ ਇੱਕ ਗੱਲ ਕਹਿਤੀ ਕਿ ਜੇ ਉਹਨਾਂ ਨੂੰ ਨੀਚੇ ਡੇ ਟੂ ਡੇ ਬੇਸ ਤੇ ਕਹਿਤਾ ਟ੍ਰਾਇਲ ਕੋਰਟ ਨੂੰ, ਤਾਂ ਫਿਰ ਉੱਥੇ ਬਾਕੀ ਦੇ ਮੁਕੱਦਮੇ ਸਫਰ ਕਰਨਗੇ, ਫਿਰ ਉਹ ਇਸੇ ਤੇ ਲੱਗੀ ਰਹੂ ਤਾਂ ਕੀ ਕੀਤਾ ਜਾਊ। ਉਹਦੇ ਚੋਂ ਨਿਰਭਰ ਕਰਦਾ ਕਿ ਸੈਪਰੇਟ ਸਪੈਸ਼ਲ ਕੋਰਟ ਤੇ ਫਾਸਟ ਟਰੈਕ ਕੋਰਟ ਇਸ ਕਰਕੇ ਜ਼ਰੂਰਤ ਹੈ। ਕਿਸੇ ਇੱਕ ਲੌਜਿਕ ਨਾਲ ਦੂਜੇ ਨੂੰ ਖੰਡਿਤ ਕਰ ਦੋ, ਦੂਜੇ ਨਾਲ ਤੀਜੇ ਨੂੰ, ਇਹਦੀ ਬਜਾਏ ਇਹ ਦਰਖਾਸਤ ਬਹੁਤ ਜ਼ਰੂਰੀ ਹੈ ਇਸੇ ਕਰਕੇ ਕਿ ਬਾਕੀ ਦੇ ਕੇਸ ਵੀ ਨਾ ਸਫਰ ਕਰਨ ਤੇ ਅਦਾਲਤ ਹਾਈ ਕੋਰਟ ਨਾਲ ਸਲਾਹ ਕਰਕੇ ਜਿਹੜੀ ਸਟੇਟ ਗਵਰਨਮੈਂਟ ਹੁੰਦੀ ਹੈ ਉਹ ਸੈਪਰੇਟ ਕੋਰਟ ਹੀ ਉਸ ਕੈਲੀਬਰ ਦੀ ਬਣਾ ਦਿੰਦੀ ਹੈ ਤਾਂ ਕਿ ਉਹ ਡੇ ਟੂ ਡੇ ਬੇਸਿਸ ਤੇ ਸੁਣਿਆ ਜਾਏ ਤੇ ਮਾਮਲੇ ਛੇਤੀ ਅੱਗੇ ਜਾਣ। ਬਾਕੀ ਫਿਰ ਅਪੀਲਾਂ 'ਚ ਜਾਂਦੇ ਨੇ ਬੰਦੇ। ਜਿਹੜੀ ਮੇਨ ਕੋਰਟ ਦਾ ਫੈਸਲਾ ਟ੍ਰਾਇਲ ਕੋਰਟ ਦਾ, ਉੱਥੋਂ ਕਾਫੀ ਗੱਲਾਂ ਤੈਅ ਹੋ ਜਾਂਦੀਆਂ ਨੇ, ਫਿਰ ਅਪੀਲਾਂ ਹੁੰਦੀਆਂ ਰਹਿਣ, ਕੋਈ ਗੱਲ ਨਹੀਂ, ਸਾਲ 2 ਸਾਲ 4 ਸਾਲ ਅਪੀਲ 'ਚ ਬਹੁਤਾ ਨਹੀਂ ਲੱਗਦਾ। ਵੱਡਾ ਟਾਈਮ ਜਿਹੜਾ ਉਹ ਟ੍ਰਾਇਲ ਕੋਰਟ 'ਚ ਲੱਗਦਾ ਹੈ। ਸੱਚ ਉਹਦੇ 'ਚ ਹੀ ਮੁਕੱਦਮਾ ਅੱਗੇ ਨਹੀਂ ਵਧਣ ਦਿੱਤਾ ਜਾਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਹ ਸਭ ਤੋਂ ਬੜਾ ਕੁਐਸਚਨ ਹੈ। ਇਹ ਮੁੱਖ ਮੰਤਰੀ ਪੰਜਾਬ ਦੇ ਸਾਹਮਣੇ ਇੱਕ ਵੱਡੀ ਪ੍ਰੀਖਿਆ ਵਰਗਾ ਸਵਾਲ ਹੈ, ਚੁਣੌਤੀ ਹੈ ਕਿ ਕੀ ਉਹ ਆਪਣੀ ਸੁਹਿਰਦਤਾ ਸ਼ੋਅ ਕਰਨਾ ਚਾਹੁੰਦੇ ਆ, ਕਿ ਉਹਨਾਂ ਦੇ ਮਨ ਵਿੱਚ ਸਿਰਫ ਸਿਆਸਤ ਆ ਜਾਂ ਕੋਈ ਸ਼ਰਧਾ ਵੀ ਹੈ ਜਾਂ ਲੋਕ ਭਾਵਨਾਵਾਂ ਦੀ ਕਦਰ ਵੀ ਹੈ, ਜਾਂ ਤੇ ਦਿਖਾਵਾ ਹੈ ਤੇ ਜਾਂ ਫਿਰ ਤੁਹਾਡੇ ਅੰਦਰੋਂ ਰੂਹ ਤੋਂ ਇਹ ਹੂਕ ਵੀ ਹੈਗੀ ਆ ਕਿ ਲੋਕ ਸੜਕਾਂ ਦੇ ਉੱਤੇ ਉਡੀਕਦੇ ਜਿਵੇਂ ਪਾਤਰ ਸਾਹਿਬ ਦੀਆਂ ਸਤਰਾਂ ਨੇ ਕਿ ਇਸ ਅਦਾਲਤ 'ਚ ਬੰਦੇ ਬਿਰਖ, ਇਹ ਸਾਰੀਆਂ ਗੱਲਾਂ ਫਿਰ ਤਸ਼ਬੀਹੀ ਤੌਰ ਤੇ ਇਸ ਮੁੱਖ ਮੰਤਰੀ ਨਾਲ ਵੀ ਜੁੜਨਗੀਆਂ। ਜਦੋਂ ਅਸੀਂ ਅਕਾਲੀ ਪੋਲਿਟਿਕਸ ਦੀ ਗੱਲ ਕਰ ਰਹੇ ਹਾਂ ਤਾਂ ਜਲੰਧਰ ਦੇ ਵਿੱਚ ਜਿਹੜੀਆਂ ਕਨਸੋਆਂ ਨੇ ਉਹਨਾਂ ਨੂੰ ਅਸੀਂ ਅਛੂਤ ਨਹੀਂ ਛੱਡ ਸਕਦੇ। ਇਹਨਾਂ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਘੇਰਿਆਂ 'ਚ, ਉਹਨਾਂ ਦੇ ਆਲੇ ਦੁਆਲੇ 'ਚ ਇਹ ਲਗਾਤਾਰ ਗੱਲ ਉੱਠ ਰਹੀ ਹੈ ਕਿ ਬੀਬੀ ਜਗੀਰ ਕੌਰ ਨੂੰ ਨਾਲ ਲਿਆ ਜਾਵੇ। ਉਹ ਕਹਿੰਦੇ ਐਵੇਂ ਹੀ ਰੁੱਸ ਕੇ ਬੈਠੇ, ਅਸੀਂ ਤਾਂ ਕੁਝ ਕਿਹਾ ਹੀ ਨਹੀਂ। ਲੇਕਿਨ ਬਹੁਤ ਸਾਰੇ ਵਿਅਕਤੀ, ਸਰਦਾਰ ਹਮੀਰ ਸਿੰਘ ਜੀ, ਕੀ ਇਹਨਾਂ ਦਿਨਾਂ 'ਚ ਬੀਬੀ ਜਗੀਰ ਕੌਰ ਨਾਲ ਸੰਪਰਕ ਕਰ ਰਹੇ ਆ? ਕੀ ਬੀਬੀ ਜਗੀਰ ਕੌਰ ਇਸੇ ਇਲੈਕਸ਼ਨ ਦੌਰਾਨ ਮੁੜ ਕੇ ਸੁਖਬੀਰ ਸਿੰਘ ਬਾਦਲ ਦੇ ਨਾਲ ਨਜ਼ਰ ਆ ਸਕਦੇ ਆ? ਕੀ ਨਵੰਬਰ ਦੀ SCPC ਦੀ ਚੋਣ ਬੀਬੀ ਦੇ ਨਾਂ ਦਾ ਲਿਫਾਫਾ ਨਿਕਲ ਸਕਦਾ? ਕੀ ਕਹਿੰਦੇ? ਅਸਲ ਦੇ ਵਿੱਚ ਇਹ ਠੀਕ ਹੈ ਕਿ ਅਕਾਲੀ ਦਲ ਜੇਕਰ ਅੰਦਰ ਉਹ ਸੁਧਾਰ ਨਹੀਂ ਕਰਨਾ ਚਾਹੁੰਦਾ ਜਾਂ ਕਰ ਨਹੀਂ ਰਿਹਾ ਤਾਂ ਉਹਨੂੰ ਬਾਕੀ ਦਿਆਂ ਨੂੰ ਤਾਂ ਨਾਲ ਲੈਣ 'ਚ ਕੋਈ ਪ੍ਰੋਬਲਮ ਨਹੀਂ ਨਾ। ਬਾਕੀ ਨੂੰ ਨਾਲ ਲੈਣ ਦੀ ਤਾਂ ਕੋਸ਼ਿਸ਼ ਹੋ ਹੀ ਰਹੀ ਹੈ ਲਗਾਤਾਰ। ਔਰ ਇਹ ਗੱਲ ਚੱਲ ਰਹੀ ਹੈ ਕਿ ਜਲੰਧਰ ਦੀ ਇਲੈਕਸ਼ਨ ਅਕਾਲੀ ਦਲ ਲਈ ਵੀ ਓਨੀਓ ਕਰੂਸ਼ਲ ਹੈ ਜਿੰਨੀ ਕਾਂਗਰਸ ਆਮ ਆਦਮੀ ਪਾਰਟੀ ਦੇ ਵਾਸਤੇ ਹੈ ਕਿ ਕੌਣ ਜਿੱਤੇਗਾ ਕੌਣ ਨਹੀਂ। ਕਿ ਤੁਸੀਂ ਦੂਜੇ ਤੇ ਵੀ ਜੇ ਰਹਿੰਦੇ ਹੋ ਤਾਂ ਵੀ ਕਹਿੰਦੇ ਅਕਾਲੀ ਦਲ ਨੂੰ ਠੀਕ ਹੈ, ਪਹਿਲੇ ਤੇ ਆਉਂਦੇ ਹੋ, ਉਦੋਂ ਨੀਚੇ ਖਿਸਕ ਕੇ ਫਿਰ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਮਤਲਬ ਇਸ ਲੈਵਲ ਤੇ। ਇਸ ਲਈ ਉਹ ਹਰ ਗੱਲ, ਖਾਸ ਤੌਰ ਤੇ ਅਟਵਾਲ ਪਰਿਵਾਰ ਦਾ ਜਾਣਾ, ਚਰਨਜੀਤ ਸਿੰਘ ਅਟਵਾਲ, ਉਹਦੇ ਬੇਟੇ ਦਾ ਬੀਜੇਪੀ ਦੇ ਵਿੱਚ ਚਲੇ ਜਾਣਾ, ਇਹ ਕਾਫੀ ਵੱਡਾ ਸੈਟਬੈਕ ਹੈ ਅਕਾਲੀ ਦਲ ਨੂੰ ਜਲੰਧਰ ਦੇ ਵਿੱਚ ਉਸ ਮਾਮਲੇ ਦੇ ਵਿੱਚ। ਇਸੇ ਕਰਕੇ ਮੇਰੇ ਖਿਆਲ ਹੈ ਉਹ ਚੱਲਦੇ ਦੌਰਾਨ ਜਦੋਂ ਸੁਖਦੇਵ ਸਿੰਘ ਢੀਂਡਸਾ ਉਹਨਾਂ ਨੇ ਓਪਨਲੀ ਹਮਾਇਤ ਕਰਤੀ ਬੀਜੇਪੀ ਦੀ ਤੇ ਉਹਨਾਂ ਦੇ ਇੰਚਾਰਜ ਆਏ ਤੇ ਉਸੇ ਦਿਨ ਕਰਤੀ, ਪਰ ਬੀਬੀ ਨੇ ਆਪਣੇ ਆਪ ਨੂੰ ਥੋੜਾ ਜਿਹਾ ਪਿੱਛੇ ਅਜੇ ਰੱਖਿਆ ਹੋਇਆ, ਓਪਨ ਨਹੀਂ ਕੀਤੀ। ਕੁਝ ਮੰਗਾਂ ਰੱਖੀਆਂ, ਮੰਗਾਂ 'ਚ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵੀ ਨੇ, SGPC ਇਲੈਕਸ਼ਨ ਦਾ ਮਾਮਲਾ ਵੀ ਹੈ, ਬਾਕੀ ਦੇ ਮਾਮਲੇ ਵੀ ਨੇ ਕਿ ਜਾਂ ਤਾਂ ਉਹ ਕੁਝ ਦੇਣ ਥੋੜਾ ਬਹੁਤ, ਤੇ ਜੇ ਕੁਝ ਦੇਣ ਤਾਂ ਆਪਾਂ ਨੂੰ ਅੱਗੇ ਸਾਡਾ ਵੀ ਲੋਕਾਂ 'ਚ ਆਏ ਹੋਏਗਾ ਕਿ ਹਾਂਜੀ ਤੁਸੀਂ ਇਹ ਠੀਕ ਕੀਤਾ, ਕੁਝ ਤਾਂ ਲਿਆ ਤਾਂ ਤੁਸੀਂ ਸਪੋਰਟ ਕਰ ਰਹੇ ਹੋ। ਤੇ ਇਸੇ ਮਾਹੌਲ ਨੂੰ ਮੱਦੇਨਜ਼ਰ ਦੇ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਬਥੇਰੀ ਗੱਲ ਕਰ ਰਹੀ ਹੈ। ਜਿਨ੍ਹਾਂ ਨੇ ਵੋਟਾਂ ਵੀ ਪਾਈਆਂ ਬੀਬੀ ਜਗੀਰ ਕੌਰ ਨੂੰ, ਉਹਨਾਂ 'ਚੋਂ ਵੀ ਕੁਝ ਸੱਜਣ ਜਾਂ ਪਵਾਈਆਂ ਕਹਿ ਦਿਓ, ਔਰ ਇਹ ਨਾ ਆ ਰਹੇ ਨੇ ਕਿ ਸੁਰਜੀਤ ਸਿੰਘ ਰੱਖੜਾ ਨੇ ਵੀ ਗੱਲ ਕੀਤੀ, ਜਿਹੜੇ ਬਲਵਿੰਦਰ ਸਿੰਘ ਭੁੱਦੜ ਦਾ ਵੀ ਨਾਮ ਆ ਰਿਹਾ ਵੀ ਚਲੋ ਆਪਾਂ ਚਾਹ ਵੀ ਆਉਂਦੇ ਆ ਬੀਬੀ ਦੇ ਘਰ ਤੇ ਉਹਨਾਂ ਨੂੰ ਕਹਿੰਦੇ ਆ ਵੀ ਹੁਣ ਛੱਡੋ, ਆਪਾਂ
ਮਾਫੀ ਮੂਫੀ ਤੱਕ ਵੀ ਚਲਾ ਜਾਏਗਾ ਕੰਮ ਵੀ ਤੁਹਾਡੇ ਨਾਲ ਥੋੜੀ ਜਾਤੀ ਹੋਈ ਹੈ ਤੇ ਅਸੀਂ ਉਦੋਂ ਨਹੀਂ ਸੁਣਿਆ ਇਹ ਸਾਰਾ ਕੰਮ। ਔਰ ਇਹ ਕਾਫੀ ਕਨਫਰਮ ਕੀਤੀਆਂ ਗਈਆਂ ਗੱਲਾਂ ਨੇ ਬੀਬੀ ਦੇ ਬਹੁਤ ਕਲੋਜ਼ ਸਰਕਲ ਵੱਲੋਂ ਤੇ ਵੀ ਹਾਂ ਇਹ ਚੀਜ਼ਾਂ ਹੋਈਆਂ ਨੇ ਉਸ ਪੱਧਰ ਦੇ ਉੱਤੇ। ਹੁਣ ਅੱਧ ਵਿਚਾਲਾ ਜੇਕਰ ਇਹ ਚੀਜ਼ਾਂ ਹੋ ਰਹੀਆਂ ਨੇ ਉਸ ਪੱਧਰ ਤੇ, ਪਹਿਲਾਂ ਢੀਂਡਸਾ ਉਹਨਾਂ ਨੇ ਬੀਬੀ ਦੇ ਮੋਢੇ ਤੇ ਰੱਖ ਕੇ ਗੱਲ ਕਰਨੀ ਚਾਹੀ ਸੀ ਕਿ ਤੂੰ ਅੱਗੇ ਲੱਗ, ਆਪਾਂ ਕੈਂਡੀਡੇਟ ਖੜਾ ਕਰ ਦਿੰਦੇ ਆ। ਤੇ ਬੀਬੀ ਨੇ ਕਿਹਾ ਵੀ ਮੈਂ ਨਹੀਂ, ਮੇਰੇ ਕੋਲ ਨਾ ਐਡੀ ਕੋਈ ਗੱਲ ਹੈ, ਪੈਸਾ ਕੌਣ ਲਾਊਗਾ ਤੇ ਕੈਡਰ ਕਿਹਦੇ ਕੋਲ ਆ, ਬਾਕੀ ਦੀਆਂ ਕੀ ਨੇ। ਤੇ ਹੁਣ ਜਿੱਥੇ ਇੱਕ ਇੱਕ ਵੋਟ ਸਹਾਈ ਹੈ ਤੇ ਜਿਹੜੇ ਕੇਡਰ ਚ ਅਕਾਲੀ ਦਲ ਬੀਬੀ ਨੂੰ ਲਗਾਤਾਰ ਭੇਜਦਾ ਰਿਹਾ, ਚਾਹੇ ਜਲੰਧਰ ਦਾ ਸ਼ਹਿਰੀ ਵੋਟਰ ਸੀ, ਚਾਹੇ ਆਲੇ ਦੁਆਲੇ ਸੀ, ਚਾਹੇ ਬੀਬੀਆਂ ਸੀ, ਤੇ ਜੇ ਇਹ ਹੋ ਜਾਂਦਾ ਮਤਲਬ ਅਕਾਲੀ ਦਲ ਦੇ ਵਿੱਚ ਤਾਂ ਕੁਝ ਫਾਇਦਾ ਤਾਂ ਆਟੋਮੈਟਿਕਲੀ ਇਸ ਇਲੈਕਸ਼ਨ ਚ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜੇਕਰ ਇਹ ਗੱਲ ਸਿਰੇ ਚੜ੍ਹਦੀ ਹੈ ਜਾਂ ਨਹੀਂ ਚੜ੍ਹਦੀ। ਪਰ ਨਾਲ ਦੀ ਨਾਲ ਇਹ ਵੀ ਕਿਹਾ ਕਿ ਅਜੇ ਹਿਚਕਚਾਹਟ ਹੈਗੀ ਹੈ ਕਾਫੀ ਹੱਦ ਤੱਕ, ਔਰ ਜਿੰਨਾ ਚਿਰ ਤੱਕ ਕਲੈਰਿਟੀ ਨਹੀਂ ਹੁੰਦੀ, ਕਲੈਰਿਟੀ ਦਾ ਮਤਲਬ ਉਹੀ ਹੈ ਕਿ ਪੋਲੀਟੀਕਲ ਟਰਮਜ਼ ਤੈਅ ਨਹੀਂ ਹੁੰਦੀਆਂ, ਉਹਨਾਂ ਚਿਰ ਇਹ ਗੱਲਾਂ ਹਜੇ ਕੀਤੀਆਂ ਜਾਂਦੀਆਂ ਨੇ ਤੇ ਸੁਣੀਆਂ ਜਾਂਦੀਆਂ ਨੇ, ਹਜੇ ਉੱਥੇ ਤੱਕ ਮਾਮਲਾ ਹੈ। ਔਰ ਉਹ ਟਰਮਜ਼ ਕਲੀਅਰ ਹੈ ਕਿ ਜੇ ਐਤਕੀ ਬੀਬੀ ਨੂੰ, ਔਰ ਵੈਸੇ ਸੁਣਿਆ ਸੀ ਕਿ ਇਦੋਂ ਪਹਿਲਾਂ ਬੀਬੀ ਨੂੰ ਇਹ ਕਿਹਾ ਵੀ ਸੀ ਵੀ ਐਤਕੀ ਤੁਸੀਂ ਮੰਨ ਜਾਓ, ਅਗਲੇ ਵਾਰ ਲਿਫਾਫਾ ਤੁਹਾਡਾ ਹੋ ਜਾਏਗਾ, ਕੋਈ ਗੱਲ ਨਹੀਂ, ਐਤਕੀ ਦਾ ਰਹਿਣ ਦਿਓ। ਤਾਂ ਫਿਰ ਅਕਾਲੀ ਦਲ ਨੂੰ ਤਾਂ ਮੇਰਾ ਖਿਆਲ ਹੈ ਬਹੁਤਾ ਇਤਰਾਜ਼ ਨਹੀਂ ਹੋਏਗਾ ਐਤਕੀ ਦੀ ਬਜਾਏ ਅਗਲਾ ਕਰਨ ਚ। ਔਰ ਜੇ ਤੁਸੀਂ ਟਿਕਟਾਂ ਵੱਖ-ਵੱਖ ਪਾਰਟੀਆਂ ਚੋਂ ਲਿਆ ਕੇ ਬੰਦਿਆਂ ਨੂੰ ਦੇ ਸਕਦੇ ਹੋ, ਜੇਕਰ ਬਾਕੀ ਚੀਜ਼ਾਂ ਕਰ ਸਕਦੇ ਹੋ, ਤਾਂ ਇਹ ਐਡਜਸਟਮੈਂਟਾਂ ਵੀ ਕੋਈ ਬਹੁਤ ਬੜੀਆਂ ਅੱਜ ਕੱਲ ਘੱਟੋ ਘੱਟ ਜਿਹੜੀ ਵੋਟ ਪੋਲਿਟਿਕਸ ਹੈ ਉਹਦੇ ਐਂਗਲ ਤੋਂ ਕਿਸੇ ਕਦਰਾਂ ਕੀਮਤਾਂ ਤੋਂ ਬਾਹਰ ਨਹੀਂ ਜਾਂਦੀਆਂ ਮੈਨੂੰ ਲੱਗਦਾ, ਕਿਉਂਕਿ ਕਦਰਾਂ ਕੀਮਤਾਂ ਉਹਦੇ ਦਾਇਰੇ 'ਚ ਹੀ ਸਿਮਟ ਗਈਆਂ ਨੇ ਹੁਣ, ਵੀ ਕੋਈ ਫਰਕ ਨਹੀਂ ਪੈਂਦਾ, ਸਮੇਂ ਦੇ ਲਿਹਾਜ਼ ਨਾਲ ਇਹਨੂੰ ਬਦਲਿਆ ਜਾ ਸਕਦਾ। ਸਰਦਾਰ ਜਗਤਾਰ ਸਿੰਘ ਜੀ, ਤੁਸੀਂ ਖੈਰ ਇਹਨਾਂ ਹਲਕਿਆਂ ਦੇ ਵਿੱਚ ਫੈਮਿਲੀਅਰ ਹੈਗੇ ਹੋ, ਆਪਣੀ ਗੱਲ ਤਾਂ ਮੈਨੂੰ ਲੱਗਦਾ ਪੁਖਤਾ ਤਰੀਕੇ ਨਾਲ ਤੁਸੀਂ ਦੱਸੋਗੇ। ਗੱਲ ਇਹ ਕਿ ਇਹ ਜਿਹੜਾ ਵਿਖਰੇਵਾ ਹੋਇਆ ਹੈ ਇਹ ਕੋਈ ਸਿਧਾਂਤਕ ਤਾਂ ਹੈ ਨਹੀਂ ਜੀ। ਬੀਬੀ ਜਗੀਰ ਕੌਰ ਐਸਪੀਰੈਂਟ ਸੀਗੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬਣਦੇ, ਤੇ ਜਦੋਂ ਇਹਨਾਂ ਨੇ ਸੁਖਬੀਰ ਹੋਰਾਂ ਨਾਲ ਮੁਲਾਕਾਤ ਕੀਤੀ ਤੇ ਇਹਨਾਂ ਨੇ ਆਪਣੀ ਇੱਛਾ ਜ਼ਾਹਰ ਕੀਤੀ ਤੇ ਇੱਕਦਮ ਰਿਐਕਸ਼ਨ ਸੀ ਜਿਹੜਾ ਮੈਨੂੰ ਪਤਾ ਲੱਗਾ ਸੁਖਬੀਰ ਸਿੰਘ ਹੋਰਾਂ ਦਾ ਕਿ ਇਹ ਕਿਵੇਂ ਹੋ ਸਕਦਾ। ਉਹ ਕਹਿੰਦੇ ਵੀ ਹੋ ਕਿਉਂ ਨਹੀਂ ਸਕਦਾ, ਤੁਸੀਂ ਪ੍ਰਧਾਨ ਹੈ, ਫੈਸਲਾ ਤੁਸੀਂ ਕਰਨਾ ਹੈ। ਕਹਿੰਦੇ ਲੋ ਬਈ ਫੈਸਲੇ ਤਾਂ ਕੋਰ ਕਮੇਟੀ ਕਰਿਆ ਕਰਦੀ ਹੈ। ਉਹ ਹਸਪੀਓ ਕਹਿੰਦੀ ਵੀ ਕੋਰ ਕਮੇਟੀ ਦੀ ਤਾਂ ਮੈਂ ਵੀ ਮੈਂਬਰ ਹਾਂ, ਮੈਨੂੰ ਪਤਾ ਵੀ ਪਾਰਟੀ ਦੇ ਫੈਸਲੇ ਕਿਵੇਂ ਹੁੰਦੇ, ਕੋਰ ਕਮੇਟੀ 'ਚ ਕਿਹੜਾ ਅੱਜ ਤੱਕ ਫੈਸਲਾ ਹੋਇਆ। ਹੁਣ ਮਸਲਾ ਹੈ ਕੀ ਸੀ? ਮਸਲਾ ਤਾਂ ਜਿਹੜੇ ਬੀਬੀ ਜਗੀਰ ਕੌਰ ਦੇ ਡਿਫਰੈਂਸਿਸ ਬਾਦਲ ਪਰਿਵਾਰ ਦੇ ਵਿੱਚ ਹੈਗੇ, ਕੁਛ ਇਸ਼ੂਜ਼ ਨੂੰ ਲੈ ਕੇ ਰੌਲਾ ਮਰਿਆਦਾ ਦੇ ਮਸਲਿਆਂ ਤੇ ਪਿਆ ਸੀਗਾ, ਜਿੱਥੇ ਬੀਬੀ ਉਦੋਂ ਸਟੈਂਡ ਲੈ ਗਏ ਸੀ ਜਦੋਂ ਇਹ ਪ੍ਰਧਾਨ ਸੀ। ਉਹਦੇ ਕਰਕੇ ਇਹਨਾਂ ਦੀ ਅਣਬਣ ਹੋ ਗਈ ਤੇ ਇਹਨਾਂ ਨੂੰ ਨਾ ਹੋ ਗਈ, ਇਹਨਾਂ ਨੂੰ ਬਦਲ ਦਿੱਤਾ ਗਿਆ। ਹੁਣ ਇਸ ਵੇਲੇ ਅਕਾਲੀ ਦਲ ਨੂੰ ਲੋੜ ਹੈਗੀ ਹੈ, ਦੁਆਬੇ ਦੇ ਵਿੱਚ ਸਭ ਤੋਂ ਵੱਡੇ ਕੱਦ ਦੇ ਕੋਈ ਲੀਡਰ ਹੈ ਉਹ ਤਾਂ ਬੀਬੀ ਜਗੀਰ ਕੌਰ ਹੀ ਹੈ, ਬਾਕੀ ਹੁਣ ਕੋਈ ਲੀਡਰ ਇਹਨਾਂ ਦਾ ਰਿਹਾ ਨਹੀਂ। ਹੁਣ ਦਿੱਕਤ ਬੀਬੀ ਦੀ ਵੀ ਇਹ ਹੈ ਕਿ ਜਿਵੇਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਵਾਅਦਾ ਕੀਤਾ ਸੀ ਕਿ ਤੁਸੀਂ ਅੱਗੇ ਲੱਗੋ, ਪਾਰਟੀ ਦੇ ਪ੍ਰਧਾਨ ਬਣੋ, ਅਸੀਂ ਤੁਹਾਡੇ ਨਾਲ ਹੈ, ਉਹ ਤੋਂ ਹੌਲੀ ਹੌਲੀ ਬੈਕ ਟਰੈਕ ਕਰਕੇ ਢੀਂਡਸਾ ਜੀ ਆਪ ਤਾਂ ਐਕਟਿਵ ਹੈ ਨਹੀਂ, ਵਰਚੁਅਲੀ ਪਾਰਟੀ ਨਾਨ ਐਕਟਿਵ ਹੈ। ਤੇ ਜੇ ਸਿਧਾਂਤਾਂ ਦੀ ਲੜਾਈ ਨਾ ਹੋਵੇ ਤੇ ਵਾਪਸੀ ਦਾ ਰਾਹ ਪੱਧਰਾ ਹੁੰਦਾ ਹੋਵੇ ਤੇ ਮੇਰੇ ਖਿਆਲ ਦੇ ਵਿੱਚ ਅੱਜ ਕੱਲ੍ਹ ਕੋਈ ਫਰਕ ਨਹੀਂ ਪੈਂਦਾ। ਗੁਰਚਰਨ ਸਿੰਘ ਟੌੜਾ ਤੇ ਪ੍ਰਕਾਸ਼ ਸਿੰਘ ਬਾਦਲ ਕਿੰਨੇ ਮਤਲਬ ਦੂਰੋਂ ਦੂਰੇ 2-3-4 ਵਾਰ ਨਾਈਟ ਦੇ ਵਿੱਚ ਉਹ ਅਲੱਗ ਹੋਏ, ਝਗੜੇ ਹੋਏ, ਮਤਲਬ ਇੱਥੋਂ ਤੱਕ ਸੀ ਕਿ ਸਰਦਾਰ ਬਾਦਲ ਦੇ ਖਿਲਾਫ ਚਾਰਜਸ਼ੀਟ ਵੀ ਰਿਟਨ ਸਬਮਿਟ ਕੀਤੀ ਗਈ ਅਕਾਲ ਤਖਤ ਤੇ, ਫਿਰ ਵੀ ਇਕੱਠੇ ਹੋ ਜਾਂਦੇ ਸੀ। ਉਹ ਅਕਾਲੀ ਦਲ ਦਾ ਇਤਿਹਾਸ ਹੈ, ਲੀਡਰ ਜਦੋਂ ਵੱਖਰੇ ਵੱਖਰੇ ਹੁੰਦੇ ਆ ਫਿਰ ਇਕੱਠੇ ਹੋ ਜਾਂਦੇ ਹੈ। ਤੇ ਇਹ ਡਿਪੈਂਡ ਕਰਦਾ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਇਹ ਸਾਰੇ ਇਸ਼ੂਜ਼ ਨੂੰ ਪੁਰਾਣੇ ਬੈਕਗਰਾਉਂਡ ਦੇ ਨਜ਼ਰ ਦੇ ਵਿੱਚ ਇਹਨੂੰ ਸਾਰਟ ਆਊਟ ਕਿਵੇਂ ਕਰਦੇ ਆ। ਜੀ, ਤੁਸੀਂ ਟੌੜਾ ਸਾਹਿਬ ਤੇ ਬਾਦਲ ਦੀ ਗੱਲ ਕਰ ਰਹੇ, ਵੈਸੇ ਸਰਦਾਰ ਸਾਹਿਬ ਤੁਸੀਂ ਤਾਂ ਮੇਰੇ ਨਾਲੋਂ ਦੋਨੇ ਹੀ ਜ਼ਿਆਦਾ ਜਾਣਦੇ ਹੋ ਕਿਹੜੇ ਸਿਧਾਂਤਕ ਮਾਮਲੇ ਸੀਗੇ। 10 ਮਿਨਿਸਟਰ ਤੇਰੇ ਤੇ 5 ਮੇਰੇ, ਲੜਾਈ ਤੇ ਇੱਥੇ ਹੀ ਹੁੰਦੀ ਰਹੀ, ਜਵਾਈ ਤੇਰਾ ਵੀ ਤੇ ਮੇਰਾ ਵੀ ਰੱਖ ਲਓ। ਇੰਨੀਆਂ ਕਿਤੇ ਕਹਾਣੀਆਂ ਸੀ ਕਿ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀ ਐਡਜਸਟ ਕਰ ਦਿਓ ਗੁਰੂ ਘਰਾਂ ਦੇ ਨਾਲ, ਇਹ ਗੱਲਾਂ ਕਰਨ ਵਾਲੀਆਂ ਨਹੀਂ। ਟੌੜਾ ਸਾਹਿਬ ਆਪ ਬਹੁਤ ਸਿਰੇ ਦੇ ਇਮਾਨਦਾਰ ਸੀ, ਪਰ ਉਹਨਾਂ ਨੇ ਆਲੇ ਦੁਆਲੇ 'ਚ ਆਪਣੇ ਬੰਦੇ ਇਸ ਤਰ੍ਹਾਂ ਦੇ ਵੀ ਨਾਲ ਤੋਰੀ ਰੱਖੇ ਸੀ ਜਿਨ੍ਹਾਂ ਤੇ 100 ਇਲਜ਼ਾਮ ਆਉਂਦੇ ਸੀ।
ਖੈਰ ਪੋਲਿਟਿਕਸ ਆ, ਸਿਆਸਤ ਆ, ਇਲੈਕਸ਼ਨਾਂ ਵੀ ਲੜਨੀਆਂ, ਸਾਰਾ ਕੁਝ ਹੋਣਾ। ਮੈਂ ਇਸ ਗੱਲ ਤੇ ਨਹੀਂ ਜਾਂਦਾ, ਆਪਾਂ ਗੱਲ ਤੁਰਦੇ ਆ ਅੱਗੇ। ਮੈਂ ਇਹ ਆਪਾਂ ਬੜੇ ਸੰਖੇਪ 'ਚ ਹੀ ਰਵਾਂਗੇ, ਪਰ ਸਵਾਲ ਬਹੁਤ ਤਿੱਖਾ ਹੈ ਕਿ ਜਦੋਂ ਇੱਕ ਪਾਸੇ ਦਿੱਲੀ ਦੇ ਵਿੱਚ ਦੋ ਸੱਤਾ ਲੜ ਰਹੀਆਂ ਸੀ, ਕੇਜਰੀਵਾਲ ਤੇ ਮੋਦੀ ਸਾਹਿਬ ਦੀ ਸੱਤਾ, ਬੰਦੇ ਤਿੰਨ ਅੰਦਰ ਬੈਠੇ ਹੋਣ, ਆਮ ਆਦਮੀ ਪਾਰਟੀ ਨਾਲ ਲੜਾਈ ਗਹਿ ਗੱਚ ਹੋ ਰਹੀ ਹੈ, ਉਸੇ ਵੇਲੇ ਦੂਜੇ ਨੰਬਰ ਦੇ ਸਭ ਤੋਂ ਤਾਕਤਵਰ ਵਿਅਕਤੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਦੀ ਤਾਰੀਫ ਕਰ ਰਹੇ ਹੋਣ, ਇਹ ਪੰਜਾਬ ਲਈ ਕਿੰਨਾ ਸ਼ੁਭ ਸ਼ਗਨ ਹੈ। ਅਸੀਂ ਇਹਦੇ ਤੇ ਗੱਲ ਕਰਨੀ ਉਸ ਦਿਨ ਰਹਿ ਗਏ ਸੀਗੇ। ਹੁਣ ਜਦੋਂ ਫੈਡਰਲ ਨਜ਼ਰੀਏ ਤੋਂ ਇੱਕ ਵਾਰੀ ਫਿਰ ਚੀਜ਼ਾਂ ਉੱਠਦੀਆਂ, ਮੈਨੂੰ ਯਾਦ ਆਇਆ ਤੇਲੰਗਾਨਾ ਦੇ ਮਾਮਲੇ 'ਚ ਜਦੋਂ ਅਦਾਲਤ ਫੈਸਲਾ ਕਰਦੀ ਆ ਕਿ ਗਵਰਨਰ ਮਾਮਲਿਆਂ ਨੂੰ ਨੱਪ ਕੇ ਨਾ ਬੈਠੇ ਰਹਿਣ, ਐਜ ਸੂਨ ਐਜ ਪੋਸੀਬਲ ਫੈਸਲੇ ਕਰਨ, ਉਦੋਂ ਸਾਡੇ ਗਵਰਨਰ ਸਾਹਿਬ ਤੇ ਮੁੱਖ ਮੰਤਰੀ 'ਚ ਵੀ ਸ਼ਰੀਕੇ ਬਾਜ਼ੀਆਂ ਸੀ, ਇਹ ਵੀ ਸ਼ਾਂਤ ਹੋ ਗਈਆਂ। ਸਰਦਾਰ ਹਰਮੀਤ ਸਿੰਘ ਜੀ, ਸਮੁੱਚੇ ਆ ਮਾਮਲਿਆਂ ਨੂੰ ਨਜਿੱਠ ਲਿਆ ਗਿਆ, ਰਿਸ਼ਤੇ ਬਹੁਤ ਖੂਬਸੂਰਤ ਹੋ ਗਿਆ, ਹੁਣ ਸਾਰੇ ਚੀਜ਼ੇ ਥਾਂ ਪਰ ਥਾਂ ਨੇ। ਇਹਦਾ ਮਤਲਬ ਹੈ ਕਿ ਹੁਣ ਪੰਜਾਬ ਦੇ ਕੋਈ ਕੰਮ ਨਹੀਂ ਰੁਕਣਗੇ। ਜਦੋਂ ਦਿਲ ਮਿਲ ਜਾਣ ਫਿਰ ਕੌਣ ਵਿੱਚ ਆਣ ਕੇ ਤੋੜ ਵਿਛੋੜੇ ਕਰਾ ਸਕਦਾ? ਕੀ ਕਹਿੰਦੇ ਹੋ? ਅਸਲ ਦੇ ਵਿੱਚ ਇਹ ਹੈ ਕਿ ਪੰਜਾਬ ਦੀ ਜਿਹੜੀ ਸੱਤਾ ਰਹੀ ਹੈ ਕਾਫੀ ਸਮੇਂ ਤੋਂ ਨਤਮਸਤਕ ਰਹੀ ਹੈ ਕੇਂਦਰ ਦੇ ਵੱਲ। ਓਵਰਆਲ ਕੋਈ ਅੱਜ ਦੀ ਗੱਲ ਨਹੀਂ ਹੈ। ਸਾਡੇ ਕੋਲ ਇਹੋ ਜਿਹੇ ਲੀਡਰ ਬੜੇ ਥੋੜੇ ਰਹੇ ਬਾਅਦ ਦੇ ਵਿੱਚ ਜਾ ਕੇ ਜਿਹੜੇ ਸਟੇਟ ਲਈ ਲੜਨ, ਸਟੇਟ ਦੇ ਇੰਟਰਸਟ ਲਈ ਲੜਨ। ਜੇ ਮੈਂ ਇਦੋਂ ਪਹਿਲੀ ਗੱਲ ਕਰਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ, ਕੈਪਟਨ ਅਮਰਿੰਦਰ ਸਿੰਘ 2002 ਵਾਲਾ ਤੇ 2002 ਤੋਂ 7 ਵਾਲਾ ਅਮਰਿੰਦਰ ਸਿੰਘ ਨਹੀਂ ਸੀ, ਫਿਰ ਬਦਲਿਆ ਹੋਇਆ ਸੀ। ਫਿਰ ਜੋ ਰਾਹੁਲ ਗਾਂਧੀ ਵਰਸਜ ਉੱਥੇ ਹੁੰਦਾ ਰਿਹਾ ਉੱਪਰ ਮੋਦੀ, ਤੇ ਇੱਥੇ ਬਿਲਕੁਲ ਕੈਪਟਨ ਅਮਰਿੰਦਰ ਸਿੰਘ ਦੀ ਟੋਨ ਜਿਹੜੀ ਸੀ ਟੋਟਲੀ ਮੁੱਦਿਆਂ ਤੇ ਸਟੈਂਡ ਲੈਣ ਦੀ, ਉਹ ਨਾਰਮਲੀ ਗਵਰਨਮੈਂਟ ਆਫ ਇੰਡੀਆ ਦੇ ਨੇੜੇ ਰਹੀ। ਉਹ ਚਾਹੇ ਜੰਮੂ ਕਸ਼ਮੀਰ 'ਚ ਜੀਪ ਦੇ ਮੂਹਰੇ ਬੰਨ ਕੇ ਇੱਕ ਸਿਵਲੀਅਨ ਨੂੰ ਫੌਜ ਦੇ ਮਾਮਲੇ ਦੇ ਵਿੱਚ ਉਹ ਟ੍ਰਿਬਿਊਨ 'ਚ ਆਰਟੀਕਲ ਲਿਖਦੇ ਨੇ, ਓਡਾ ਸਟੈਂਡ ਬੀਜੇਪੀ ਨਹੀਂ ਲੈ ਪਾਈ ਜਿੰਨਾ ਸਟੈਂਡ ਅਮਰਿੰਦਰ ਸਿੰਘ ਨੇ ਲਿਆ ਕਿ ਠੀਕ ਕੀਤਾ ਜੀ ਇਸ ਸਾਰੇ ਮਾਮਲੇ ਦੇ ਵਿੱਚ। ਉਹ ਚਾਹੇ ਫਿਰ GST ਦੇ ਰੌਲਿਆਂ ਦਾ ਕੁਐਸਚਨ ਹੋਵੇ, ਚਾਹੇ ਜਿਹੜੇ ਮਰਜ਼ੀ ਸਵਾਲ ਆਏ, ਚਾਹੇ ਉਹ ਪਾਕਿਸਤਾਨ ਨੂੰ ਗਾਲਾਂ ਕੱਢਣੀਆਂ ਹੁਣ, ਪ੍ਰਾਈਮ ਮਿਨਿਸਟਰ ਦੀ ਹਾਜ਼ਰੀ, ਪ੍ਰਾਈਮ ਮਿਨਿਸਟਰ ਨਹੀਂ ਉਹਨਾਂ ਕੱਢਦੇ ਸੀ ਬਲਕਿ ਕੈਪਟਨ ਅਮਰਿੰਦਰ ਸਿੰਘ ਸਪੀਚਾਂ ਕਰਦੇ ਸੀ ਉਹ ਸਾਰੇ ਕਿਤੇ। ਇਹਦਾ ਮਤਲਬ ਇਸੇ ਕਰਕੇ ਉਦੋਂ ਬਾਅਦ ਉਹ ਔਰਾ ਜਿਹੜਾ ਉਹਨਾਂ ਦਾ ਸੀ ਨਾ ਕਿ ਉਹ ਰੀਜਨਲ ਤੇ ਖਾਸ ਤੌਰ ਤੇ ਧਾਰਮਿਕ ਐਂਗਲ ਨਾਲ ਬੜੇ ਪਰਨਾਏ ਹੋਏ ਨੇ, ਉਹ ਦੂਜੇ ਪਾਸੇ ਚਲੇ ਗਏ। ਉਹਨਾਂ ਨੂੰ ਕੱਲਾ ਮਤਲਬ ਇੰਨਾ ਕਹਿਣ ਨਾਲ ਗਵਰਨਮੈਂਟ ਆਫ ਇੰਡੀਆ ਦੇ ਕਿਸੇ ਗ੍ਰਹਿ ਮੰਤਰੀ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਬਹੁਤਾ ਨਹੀਂ ਲੱਗਦਾ। ਔਰ ਉਹ ਬਾਰ-ਬਾਰ ਕਹਿ ਰਹੇ ਸੀ ਮੋਦੀ ਸਾਹਿਬ ਇਹ ਪੁੱਛ ਲੈਂਦੇ ਸੀ ਜਦੋਂ ਕਾਂਗਰਸੀਆਂ ਦਾ ਡੈਲੀਗੇਸ਼ਨ ਮਿਲਦਾ ਸੀ, ਕੈਪਟਨ ਸਾਹਿਬ ਦਾ ਕਿਆ ਹਾਲ ਹੈ, ਤੇ ਉਹਦੇ ਚੋਂ ਪਤਾ ਲੱਗ ਜਾਂਦਾ ਸੀ ਕਿ ਦੋਨਾਂ ਦਾ ਅਸਲ 'ਚ ਤਾਲਮੇਲ ਹੈ ਕਿਤੇ ਨਾ ਕਿਤੇ। ਔਰ ਇਸੇ ਤਰ੍ਹਾਂ ਜੇ ਭਗਵੰਤ ਮਾਨ ਹੋਣੀ ਗਏ ਨੇ ਤੇ ਉੱਥੋਂ CRP ਦੀਆਂ ਟੀਮਾਂ ਲੈ ਕੇ ਆਏ ਨੇ, ਤੇ ਕੱਲੀ CRP ਲੈਣਾ ਤਾਂ ਕੇਂਦਰ ਨੂੰ, ਪਰ ਕੇਂਦਰ ਰੀਅਲ ਸੈਂਸ ਦੇ ਵਿੱਚ ਦੂਜੀਆਂ ਗੱਲਾਂ, ਚਾਹੇ ਉਹ ਸਾਡਾ ਰੂਰਲ ਡਿਵੈਲਪਮੈਂਟ ਫੰਡ ਦੇ ਮਾਮਲੇ ਨੇ, ਬਾਕੀ ਫਸੇ ਨੇ, ਉੱਥੇ ਪੋਲੀਟੀਕਲ ਲੜਾਈ ਦਾ ਰਾਹ ਨਹੀਂ ਅਸੀਂ ਇਖਤਿਆਰ ਕਰ ਰਹੇ। ਉੱਥੇ ਤਾਂ ਅਸੀਂ ਇਹ ਕਹਿੰਦੇ ਆ ਵੀ ਦੇ ਦਿਓ, ਤੇ ਨਹੀਂ ਤਾਂ ਅਸੀਂ ਕੋਰਟ ਚਲੇ ਜਾਵਾਂਗੇ, ਅਦਾਲਤ ਚਲੇ ਜਾਵਾਂਗੇ। ਇਹ ਵੀ ਸਹਿਮਤੀਆਂ ਜੀ ਵਾਲੀਆਂ ਗੱਲਾਂ ਹੀ ਆਮ ਤੌਰ ਤੇ ਨਜ਼ਰ ਆਉਂਦੀਆਂ ਹੁੰਦੀਆਂ ਨੇ। ਔਰ ਹੁਣ ਜਿਹੜਾ ਮਾਮਲਾ ਹੈ, ਉਹਨਾਂ ਨੂੰ ਇਸ ਭਾਗ ਕੇਂਦਰ ਨੂੰ ਵੀ ਕੋਈ ਮਾੜਾ ਨਹੀਂ, ਭਗਵੰਤ ਮਾਨ ਨੂੰ ਵੀ ਐਂ ਲੱਗਦਾ ਵੀ ਆਪਾਂ ਜਦੋਂ ਟਾਈਮ ਕੱਢਣਾ ਤਾਂ ਕੋਈ ਮਾੜਾ ਨਹੀਂ, ਆਪਾਂ ਚਲਾ ਲੈਂਦੇ ਆ ਦੋਨੋਂ ਰਲ ਕੇ। ਇੰਨੀ ਇੱਕ ਗੱਲ ਤਾਂ ਜੇਕਰ ਹੁੰਦੀ ਹੈ ਤਾਂ ਇਹਦੇ ਨਾਲ ਜ਼ਰੂਰ ਹੈ ਕਿ ਭਗਵੰਤ ਮਾਨ ਹੁਣ ਦਿੱਲੀ ਦੀ ਉਹ ਮੰਨੇ, ਆਪਦਿਆਂ ਦੀ ਤਾਂ ਵੀ ਦਿੱਲੀ ਦਾ ਹੀ ਛੱਪਾ ਹੈ ਨਾ। ਜਾਂ ਤਾਂ ਆਪਣੀ ਪਾਰਟੀ ਉਹਨੂੰ ਇੰਨੀ ਕੁ ਇੰਡੀਪੈਂਡੈਂਸ ਦਿੰਦੀ ਹੋਵੇ, ਇੰਨਾ ਕੁ ਖੁੱਲਾ ਹੱਥ ਦਿੰਦੀ ਹੋਵੇ ਵੀ ਤੂੰ ਫੁੱਲ ਫਲੈਜਡ ਚੀਫ ਮਿਨਿਸਟਰ ਹੈ, ਤੁਹਾਡਾ ਜਿਹੜਾ ਬੌਸ ਹੈ, ਕਨਵੀਨਰ ਹੈ, ਉਹ ਅਧੂਰਾ ਰਾਜ ਦਾ ਇੱਕ ਸਿਟੀ ਸਟੇਟ ਦਾ ਚੀਫ ਮਿਨਿਸਟਰ ਹੈ। ਐਜ ਏ ਕਾਂਸਟੀਟਿਊਸ਼ਨਲ ਪੋਸਟ ਭਗਵੰਤ ਮਾਨ ਦਾ ਕੱਦ ਅਰਵਿੰਦ ਕੇਜਰੀਵਾਲ ਨਾਲੋਂ ਵੱਡਾ ਹੈ, ਮਤਲਬ ਜੇ ਦੇਖਿਆ ਜਾਏ ਫੁੱਲ ਸਟੇਟ ਦੇ ਐਂਗਲ ਤੋਂ। ਪਰ ਪਾਰਟੀ ਹਰਿਆਰਕੀ 'ਚ ਠੀਕ ਹੈ, ਉਦੋਂ ਛੋਟਾ ਹੋ ਸਕਦਾ ਬੰਦਾ ਹਰਿਆਰਕੀ ਦੇ ਤੌਰ ਤੇ ਤੁਹਾਡਾ। ਔਰ ਜੇ ਉੱਥੋਂ ਦਿੱਲੀ ਦੇ ਕਰਿੰਦਿਆਂ ਰਾਹੀਂ ਚੱਲਣਾ ਜਿਹੜਾ ਇਹ ਕੰਮ, ਤਾਂ ਲਾਜ਼ਮੀ ਹੈ ਫਿਰ ਬੰਦੇ ਦੇ ਮਨ 'ਚ ਜਾਊਗਾ ਕਿ ਉਧਰ ਵੀ ਦੋਸਤੀ ਪਾ ਲਓ ਯਾਰ, ਉਹਦੇ ਨਾਲ ਚਲਾ ਕੇ ਆਪਾਂ ਸਰਕਾਰ ਹੀ ਠੀਕ ਚਲਾਉਣੀ ਹੈ, ਤਾਂ ਇਹਦੀ ਬਜਾਏ ਉਹ ਕਿਹੜਾ ਮਾੜਾ ਹੈ, ਆਪਾਂ ਦੋਨਾਂ ਨਾਲ ਰਲ ਕੇ ਵੀ ਚਲਾ ਲਓ। ਤੇ ਜੇ ਦੋਨਾਂ ਦੀ ਸੂਤ ਬੈਠਦੀ ਹੋਵੇ ਕਿਸੇ ਤਰੀਕੇ ਦੇ ਨਾਲ, ਤਾਂ ਚੱਲਣ 'ਚ ਕਿਤੇ ਨਾ ਕਿਤੇ ਅੰਦਰ ਮਤਲਬ ਤਕਲੀਫ ਵੀ ਹੁੰਦੀ ਹੋਣੀ ਹੈ ਕਿਸੇ ਧੜੇ ਨੂੰ ਵੀ ਅਸੀਂ ਜੇਲ੍ਹ ਜਾ ਰਹੇ ਹਾਂ, ਅਸੀਂ ਰੋਜ਼ ਆਹ ਗੱਲਾਂ ਕਰ ਰਹੇ ਹਾਂ ਤੇ ਤੁਸੀਂ ਕੋਈ ਗੱਲ ਹੀ ਨਹੀਂ ਕਰ ਰਹੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਇਹੀ ਗੱਲ ਜਦੋਂ ਅੱਗੇ ਤੁਰਦੀ ਹੈ, ਫਿਰ ਆਪਾਂ ਇਹ ਕਹਿ ਰਹੇ ਹਾਂ ਕਿ ਜਦੋਂ ਗਵਰਨਰ ਸਾਹਿਬ ਬਾਅਦ ਦੇ ਵਿੱਚ ਗਏ ਸੀ, ਕੇਂਦਰੀ ਗ੍ਰਹਿ ਮੰਤਰੀ ਨੇ ਬੁਲਾਏ ਸੀ, ਗਵਰਨਰ ਸਾਹਿਬ ਨੂੰ ਬੁਲਾਇਆ ਸੀ, ਉਦੋਂ ਬਾਅਦ ਆ ਕੋਟ ਦਾ ਮਾਮਲਾ ਹੋਣ ਤੋਂ ਬਾਅਦ ਵੀ ਭਗਵੰਤ ਮਾਨ ਪਹਿਲਾਂ ਗਏ ਸੀ, ਗਵਰਨਰ ਬਾਅਦ 'ਚ। ਸ਼ਾਇਦ ਉਦੋਂ ਕੰਨ 'ਚ ਕੋਈ ਫੂਕ ਮਾਰਤੀ ਹੋਵੇ ਵੀ ਅਜੇ ਥੋੜਾ ਜਿਹਾ ਠੰਡੇ ਚੱਲੋ, ਸਲੋ ਚੱਲੋ, ਕਹਿੰਦੇ ਗੋ ਸਲੋ, ਇੱਕੋ ਹੀ ਸ਼ਬਦ ਕਹਿੰਦੇ ਨੇ ਬਸ, ਇਦੋਂ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਕਿ ਗੋ ਸਲੋ। ਉਦੋਂ ਦੇ ਗਵਰਨਰ ਸਾਹਿਬ ਸ਼ਾਂਤ ਜੇ ਨੇ ਥੋੜੇ ਜਿਹੇ ਕਾਫੀ,
ਇਹ ਕਹਿ ਨਹੀਂ ਰਹੇ। ਵਰਨਾ ਤਾਂ ਜਿਹੜਾ ਛੋਟੀ ਛੋਟੀ ਗੱਲ ਦਾ ਉਹ ਇੱਕ ਨੋਟਿਸ ਲੈਂਦੇ ਨੇ, ਸੂ ਮੋਟੋ ਲੈਂਦੇ ਰਹੇ, ਬਲਕਿ ਜਿਹੜੇ ਬਾਕੀ ਗੱਲਾਂ ਨੇ। ਔਰ ਜੇ ਐਡਵੋਕੇਟ ਜਨਰਲ ਤੇ ਜਦੋਂ ਇੱਕ ਐਡਵੋਕੇਟ ਆਪਣੀ ਭੈਣ ਦੇ ਬਾਰੇ ਇੱਕ ਪੂਰੀ CD ਜਾਰੀ ਕਰਦੀ ਹੈ, ਪੂਰਾ ਗੱਲ ਉੱਠਦੀ ਹੈ, ਲੋਕਾਂ 'ਚ ਚੱਲਦੀ ਹੈ, ਤਾਂ ਮੈਨੂੰ ਲੱਗਦਾ ਜੇ ਪਹਿਲਾਂ ਵਾਂਗ ਗਵਰਨਰ ਸਾਹਿਬ ਬਿਹੇਵ ਕਰਦੇ ਹੁੰਦੇ, ਹੋ ਨਹੀਂ ਸੀ ਸਕਦਾ ਉਹ ਬਿਆਨ ਨਾ ਦਿੰਦੇ, ਇਹ ਹੋ ਨਹੀਂ ਸੀ ਸਕਦਾ ਕੋਈ ਚਿੱਠੀ ਲਿਖ ਕੇ ਨਾ ਕਹਿੰਦੇ ਵੀ ਇਹਦੇ ਤੇ ਸਟੇਟ ਦਾ ਇਮੇਜ ਖਰਾਬ ਹੋ ਰਿਹਾ। ਕਿਉਂਕਿ ਗਵਰਨਰ ਦਾ ਇਹ ਜ਼ਿੰਮੇਵਾਰੀ ਹੈ ਕਿ ਸਟੇਟ ਦਾ ਇਮੇਜ, ਸਰਕਾਰ ਦਾ ਇਮੇਜ, ਪ੍ਰੋ ਪੀਪਲ ਤੌਰ ਤੇ ਕੀ ਉਹ ਚੱਲ ਰਹੀ ਹੈ ਸਰਕਾਰ, ਉਹਨਾਂ ਦਾ ਨੋਟਿਸ ਲਿਆ ਜਾ ਰਿਹਾ ਨਹੀਂ ਲਿਆ ਜਾ ਰਿਹਾ, ਰੂਲ ਆਫ ਲਾ ਦਾ ਕਿਵੇਂ ਚੱਲਦਾ, ਇਹ ਜਾਣਨਾ ਉਹਨਾਂ ਦੀ ਜ਼ਿੰਮੇਵਾਰੀ ਹੈ। ਉਹਨਾਂ ਨੇ ਪੁੱਛਿਆ ਤੱਕ ਨਹੀਂ ਹੈ, ਉਹਨੇ ਪੁੱਛਿਆ ਤੱਕ ਨਹੀਂ ਹੈ। ਇਹ ਗੱਲ ਇੱਕ ਬੜੀ ਦਿਖਾਈ ਦੇ ਰਹੀ ਹੈ ਉਸ ਮਾਮਲੇ 'ਚ। ਇਹਦੇ ਵਿੱਚ ਇਹ ਵੀ ਸਵਾਲ ਹੈ ਨਾ ਕਿ ਅਜੇ ਤੇ ਉਹਨਾਂ ਨੇ ਜਿਹੜੀ ਚਿੱਠੀ ਬਾਰੇ ਪੁੱਛਿਆ ਸੀ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਵੀ ਕਿਹਾ ਸੀ ਵੀ ਉਹਨਾਂ ਦੀ ਚਿੱਠੀ ਦਾ ਵੀ ਜਵਾਬ ਦਿਓ, ਉਹ ਵੀ ਨਹੀਂ ਪਤਾ ਲੱਗਿਆ ਵੀ ਜਵਾਬ ਚੀਫ ਸੈਕਟਰੀ ਸਾਹਿਬ ਜਾਂ ਕੋਈ ਹੋਰ ਦੇ ਕੇ ਵੀ ਆਏ ਜਾਂ ਅੰਦਰ ਖਾਤੇ ਨਿਬੇੜ ਲਿਆ ਗਿਆ ਮਾਮਲਾ। ਖੈਰ, ਤੁਸੀਂ ਗੱਲ ਕਰਨ ਲੱਗੇ ਸੀ ਤੇਲੰਗਾਨਾ ਦੀ, ਆਪਾਂ ਥੋੜਾ ਕਾਹਲੀ 'ਚ ਚੱਲਣਾ ਹੁਣ। ਤੇਲੰਗਾਨਾ ਦੇ ਵਿੱਚ ਇੱਕ ਫੈਸਲਾ ਆਉਂਦਾ ਤੇ ਉਹ ਕਾਫੀ ਅਹਿਮ, ਉਹ ਸਾਰੇ ਮੇਰੇ ਖਿਆਲ ਸਾਰੀਆਂ ਸਟੇਟਾਂ ਤੇ ਹੀ ਕਾਫੀ ਅਸਰਅੰਦਾਜ਼ ਹੋਊਗਾ। ਤੇਲੰਗਾਨਾ ਦੀ ਅਸੈਂਬਲੀ ਦੇ 10 ਬਿੱਲ ਰੋਕੇ ਹੋਏ ਸੀ ਗਵਰਨਰ ਨੇ, ਕਾਫੀ ਲੰਬੇ ਸਮੇਂ ਤੋਂ ਪਏ ਸੀ, ਉਹਨਾਂ ਨੂੰ ਸੁਪਰੀਮ ਕੋਰਟ ਜਾਣਾ ਪਿਆ। ਸੁਪਰੀਮ ਕੋਰਟ ਜਾ ਕੇ ਕਿ ਡੈਮੋਕ੍ਰੈਟਿਕ ਸੈਟਅਪ ਦੇ ਵਿੱਚ ਤੁਸੀਂ ਦੱਸੋ ਗਵਰਨਰ ਕਿੰਨਾ ਚਿਰ ਰੋਕ ਸਕਦਾ, ਤੇ ਸਾਡੀ ਸਟੇਟ ਦੇ ਕੰਮ ਖੜੇ ਨੇ ਉਸ ਸਾਰੇ ਮਾਮਲੇ ਨਾਲ। ਤਾਂ ਸੁਪਰੀਮ ਕੋਰਟ ਦੀ ਇੱਕ ਫੈਸਲਾ ਆਇਆ, ਉਹਨਾਂ ਨੇ ਰਿਟ ਖਾਰਜ ਕਰਤੀ ਤੇ ਨਾਲ ਇਹ ਕਿਹਾ ਕਿ ਗਵਰਨਰ ਨੂੰ ਆਰਟੀਕਲ 201 ਜਿਹੜਾ ਸੰਵਿਧਾਨ ਦਾ ਪੜ੍ਹਨਾ ਚਾਹੀਦਾ, ਤੇ 200 ਦੇ ਵਿੱਚ ਇੱਕ ਬ੍ਰੈਕਟ 'ਚ 201 ਕਲਾਜ਼ ਹੈ, ਤੇ ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਗਵਰਨਰ ਚੁਣੀ ਹੋਈ ਸਰਕਾਰ ਦੇ ਕੈਬਨਿਟ ਤੋਂ ਬਾਅਦ ਜਿਹੜੀਆਂ ਵੀ ਚੀਜ਼ਾਂ ਆਉਂਦੀਆਂ ਨੇ ਜਾਂ ਵਿਧਾਨ ਸਭਾ ਵੱਲੋਂ ਰਾਹੀਂ ਜੋ ਆਉਂਦੀਆਂ ਨੇ, ਉਹ ਤੇ ਐਜ਼ ਸੂਨ ਐਜ਼ ਪੋਸੀਬਲ, ਮਤਲਬ ਜਿੰਨਾ ਸੰਭਵ ਹੱਦ ਤੱਕ ਵੱਧ ਤੋਂ ਵੱਧ ਤੇਜ਼ੀ ਨਾਲ ਫੈਸਲਾ ਲਿਆ ਜਾਏ, ਲੈਣਾ ਹੁੰਦਾ। ਇਸ ਲਈ ਇਹ ਫੈਸਲੇ ਤੁਰੰਤ ਲਏ ਜਾਣ। ਆਪਣੀ ਡਿਸਕ੍ਰਿਸ਼ਨ ਪਾਵਰ ਤੁਹਾਡੇ ਕੋਲ ਕੋਈ ਨਹੀਂ ਕਿ ਜਿੰਨਾ ਚਿਰ ਮਰਜ਼ੀ ਰੋਕ ਕੇ ਬੈਠ ਜਾਓ। ਇਹਦੇ ਨਾਲ ਨਾ ਕੇਵਲ ਤੇਲੰਗਾਨਾ ਨੂੰ ਫਾਇਦਾ ਮੇਰੇ ਤੋਂ ਇਕੱਲਾ ਹੋਊਗਾ, ਤਾਮਿਲਨਾਡੂ ਸਰਕਾਰ ਨੇ ਆ ਪਿਛਲੇ ਮਹੀਨੇ ਹੀ, ਹਜੇ ਮਹੀਨਾ ਵੀ ਨਹੀਂ ਹੋਇਆ, 15 ਦਿਨ ਹੋਏ ਨੇ, ਆਪਣੀ ਅਸੈਂਬਲੀ 'ਚ ਰੈਜੂਲੇਸ਼ਨ ਪਾ ਕੇ ਗਵਰਨਮੈਂਟ ਆਫ ਇੰਡੀਆ ਨੂੰ ਭੇਜਿਆ ਸੀ ਕਿ ਇਹਦਾ ਟਾਈਮ ਫਰੇਮ ਨਿਸ਼ਚਿਤ ਕੀਤਾ ਜਾਣਾ ਚਾਹੀਦਾ, ਬਕਾਇਦਾ ਜਨਰਲ ਸਭ ਵੀ ਐਜ਼ ਸੂਨ ਐਜ਼ ਪੋਸੀਬਲ ਵੀ ਨਾ ਹੋਵੇ, ਕਿੰਨੇ ਦਿਨ ਰੱਖ ਸਕਦਾ ਕੋਈ ਗਵਰਨਰ ਕਿਹੜੇ ਬਿੱਲ ਨੂੰ, ਇਹ ਤੈਅ ਹੋਣਾ ਚਾਹੀਦਾ। ਇਹ ਬਹੁਤ ਸਟੇਟਾਂ ਦੇ ਮਾਮਲੇ ਨੇ, ਬੰਗਾਲ ਦਾ ਵੀ ਮਾਮਲਾ ਹੈ, ਇਹ ਸਾਡੇ ਪੰਜਾਬ ਦਾ ਵੀ ਮਾਮਲਾ ਹੈ, ਖਾਸ ਤੌਰ ਤੇ ਜਿੱਥੇ ਵਿਰੋਧੀ ਸਰਕਾਰਾਂ ਹੁੰਦੀਆਂ ਨੇ ਕੇਂਦਰ ਦੇ ਮੁਕਾਬਲੇ, ਉਹਨਾਂ ਦੇ ਸਾਰਿਆਂ ਦੇ ਮਾਮਲੇ ਨੇ। ਔਰ ਮੈਨੂੰ ਲੱਗਦਾ ਕਿ ਇੱਕ ਚੰਗਾ ਮਾਮਲਾ ਕਿ ਚੁਣੀ ਹੋਈ ਸਰਕਾਰ ਦੇ ਮਾਮਲੇ 'ਚ ਗਵਰਨਰ ਨੂੰ ਸੁਪਰੀਮ ਕੋਰਟ ਨੇ ਇੱਕ ਸੀਸਾ ਦਿਖਾਇਆ ਸਾਰੇ ਗਵਰਨਰਾਂ ਨੂੰ ਕਿ ਤੁਸੀਂ ਉਹਦੇ ਨਾਲ ਮਿਲ ਕੇ ਚੱਲਣਾ, ਚੁਣੀਆਂ ਹੋਈਆਂ ਸਰਕਾਰਾਂ ਦੇ ਆਪ ਮੁਹਾਰਤਾਂ ਬੰਦ ਕਰ ਦਿਓ। ਕੇਰਲ ਵਰਗੇ ਸਟੇਟਾਂ ਵੀ ਇਹਦੀਆਂ ਭੁਗਤ ਭੋਗੀ ਨੇ। ਸਰਦਾਰ ਜਗਤਾਰ ਸਿੰਘ ਜੀ, ਰੌਚਕਤਾ ਖਤਮ ਨਹੀਂ ਹੁੰਦੀ ਇੱਥੇ, ਰੌਚਕਤਾ ਤਾਂ ਸ਼ੁਰੂ ਹੁੰਦੀ ਹੈ ਬਈ ਕੀ ਕੇਂਦਰ ਕਿਤੇ ਆਮ ਆਦਮੀ ਪਾਰਟੀ ਨੂੰ ਇਸੇ ਰੂਪ ਸਰੂਪ ਦੇ ਵਿੱਚ ਦੇਖ ਕੇ ਬਹੁਤਾ ਖੁਸ਼ ਨਹੀਂ ਹੈ। ਉਹ ਕੇਜਰੀਵਾਲ ਸਾਹਿਬ ਦੀ ਬਜਾਏ ਕਿਸੇ ਹੋਰ ਵਿਅਕਤੀ ਨੂੰ ਆਮ ਆਦਮੀ ਪਾਰਟੀ ਦੀ ਸੱਤਾ ਦੇ ਉੱਤੇ ਆਸੀਨ ਦੇਖਣਾ ਚਾਹੁੰਦੇ ਨੇ। ਉਹ ਭਗਵੰਤ ਮਾਨ ਨੂੰ ਇੰਡੀਪੈਂਡੈਂਟ ਮੁੱਖ ਮੰਤਰੀ ਵਜੋਂ ਵੱਧਦੇ ਫੁੱਲਦੇ ਦੇਖਣਾ ਚਾਹੁੰਦੇ ਆ। ਖਿੱਤਾ ਜਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਰੂਪ ਦੇ ਵਿੱਚ ਉਹ ਚਲਾਉਂਦੇ ਰਹੇ ਆ ਜਾਂ ਉਹ ਡਿਕਟੇਟ ਕਰਦੇ ਰਹੇ ਚੀਜ਼ਾਂ। ਸੋ ਇਹ ਦਿਲਚਸਪੀਆਂ ਅਗਲੇ ਦਿਨਾਂ 'ਚ ਵਧਣਗੀਆਂ। ਇਹਨੂੰ ਜ਼ਬਾਨ ਦਿਓ ਜ਼ਰਾ। ਆਪਾਂ ਥੋੜੀ ਜਿਹੀ ਬੈਕਗਰਾਉਂਡ ਧਿਆਨ 'ਚ ਹਮੇਸ਼ਾ ਰੱਖੀਏ ਕਿ ਭਗਵੰਤ ਮਾਨ ਕੇਜਰੀਵਾਲ ਦੀ ਲਾਸਟ ਚਾਇਸ ਸੀ। ਪਹਿਲਾਂ ਕਿੰਨੇ ਨਾਂ ਆਉਂਦੇ ਰਹੇ ਕਿ ਕੋਈ ਬਲਬੀਰ ਸਿੰਘ ਰਾਜੇਵਾਲ ਤੱਕ ਨਾਂ ਲਏ ਗਏ ਕਿ ਉਹਨਾਂ ਨੂੰ ਆਫਰ ਹੈ, ਬਾਅਦ ਦੇ ਵਿੱਚ ਗੱਲ ਵੀ ਹੋਈ। ਸੋ ਮਜਬੂਰੀ ਦੇ ਵਿੱਚ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਉਣਾ ਪਿਆ। ਇਹ ਸਾਰੀ ਗੱਲ ਦੇ ਬੈਕਗਰਾਉਂਡ ਆ। ਸਰਕਾਰ ਬਣਨ ਤੋਂ ਬਾਅਦ ਇੱਕ ਲਗਾਤਾਰ ਟੈਨਸ਼ਨ ਦਿੱਲੀ ਦੀ ਤੇ ਚੰਡੀਗੜ੍ਹ ਦੀ ਆਪਸ ਚੱਲਦੀ ਰਹੀ ਹੈ। ਦਿੱਲੀ ਨੇ ਆਪਣੇ ਬੰਦੇ ਇੱਥੇ ਭੇਜਤੇ, ਹੁਣ ਵੀ ਉਹ ਪ੍ਰੋਬਲਮ ਅੰਦਰੋਂ ਨਜ਼ਰ ਆਉਂਦੀ ਹੈ। ਤੇ ਇੱਕ ਸਟੇਜ ਤੇ 6 ਮਹੀਨੇ ਬਾਅਦ ਇਹ ਗੱਲ ਉੱਡਣੀ ਸ਼ੁਰੂ ਹੋ ਗਈ ਸੀਗੀ ਕਿ ਹੋ ਸਕਦਾ ਹੈ ਕਿ ਬੀਜੇਪੀ ਪੰਜਾਬ ਵਿੱਚ ਗੋਆ ਰਿਪੀਟ ਕਰੇ। ਹੁਣ ਇੱਥੇ ਨੰਬਰ ਬਹੁਤ ਵੱਡਾ ਹੈ, 92 MLA ਹੈ, ਤੇ ਜਦ ਤੱਕ 2/3 ਨਹੀਂ ਟੁੱਟਦੇ ਤੇ ਕੁਝ ਵੀ ਨਹੀਂ ਹੋ ਸਕਦਾ। ਸੋ ਉਹ ਹਰਡਲ ਸੀਗੀ, ਲੇਕਿਨ ਇੱਕ ਸੌਫਟਨੈਸ ਸਾਰੇ ਰਿਲੇਸ਼ਨਸ਼ਿਪ ਦੇ ਵਿੱਚ ਆ ਗਈ। ਲੇਕਿਨ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਸਿਆਸੀ ਕੈਰੀਅਰ ਵੀ ਇਸੇ ਦੇ ਵਿੱਚ ਹੀ ਖਤਮ ਹੋਇਆ ਸੀ। ਇੱਕ ਬਹੁਤ ਵੱਡਾ ਉਹਨਾਂ ਦਾ ਕੱਦ ਸੀ ਕਿਸੇ ਵੇਲੇ, ਜਦੋਂ ਉਹਨਾਂ ਨੇ ਬੀਜੇਪੀ ਦੀ ਲਾਈਨ, ਮੋਦੀ ਸਰਕਾਰ ਦੀ ਲਾਈਨ ਟੋ ਕਰਨੀ ਸ਼ੁਰੂ ਕੀਤੀ, ਉਹਨਾਂ ਨੇ ਆਪਣੇ ਆਪ ਨੂੰ ਖਤਮ ਕਰ ਲਿਆ ਸੀਗਾ। ਇਹ ਪੰਜਾਬ ਹੈ, ਇੱਕ ਨਾਰਮਲ ਸਟੇਟ ਨਹੀਂ ਹੈ ਜਿੱਥੇ ਕਿ CM
ਦੀ ਲਾਇਲਟੀ ਅੰਦਰੋਂ ਅੰਦਰ ਕਿਸੇ ਹੋਰ ਪਾਸੇ ਹੋ ਸਕਦੀ ਹੈ। ਇੱਥੇ ਸਟੈਂਡ ਲੈਣਾ ਪੈਂਦਾ ਹੈ, ਪ੍ਰੋ ਪੰਜਾਬ ਸਟੈਂਡ ਲੈਣਾ ਪੈਂਦਾ ਹੈ। ਰਾਦਰ ਕਿ ਕੋਈ ਟੈਨਸ਼ਨ ਕ੍ਰੀਏਟ ਹੋਵੇ ਜਾਂ ਕੁਝ ਵੀ ਹੋਵੇ, ਜੇ ਭਗਵੰਤ ਮਾਨ ਡਟ ਕੇ ਆਪਣੇ ਸਟੇਟ ਦੇ ਹੱਕ ਦੇ ਵਿੱਚ ਹਰ ਇਸ਼ੂ ਤੇ ਸਟੈਂਡ ਲੈਣ ਤੇ ਇਹ ਆਪਣੇ ਆਪ ਨੂੰ ਹੋਰ ਤਕੜਾ ਕਰਨਗੇ। ਮੇਰਾ ਖਿਆਲ ਉਹ ਜ਼ਿਆਦਾ ਅਪਰੋਚ ਇਹਨਾਂ ਵਾਸਤੇ ਜ਼ਿਆਦਾ ਠੀਕ ਰਹੇਗੀ। ਬਿਲਕੁਲ। ਔਰ ਇਹ ਸਾਊਥ ਦੀਆਂ ਕਈ ਸਟੇਟਾਂ ਚੇਂਜ ਹੋਇਆ, ਉਹ ਆਪਣੇ ਲੋਕਾਂ ਲਈ ਲੜਦੇ ਆ, ਆਪਣੇ ਖਿੱਤੇ ਲਈ ਲੜਦੇ ਆ ਤੇ ਲੋਕ ਉਹਨਾਂ ਨੂੰ ਬਾਰ-ਬਾਰ ਚੁਣਦੇ ਆ। ਫਿਰ ਕੇਂਦਰੀ ਸੱਤਾ ਜਿਵੇਂ ਮਰਜ਼ੀ ਵਿਹਾਰ ਕਰਦੀ ਰਵੇ, ਉਹ ਲੋਕ ਧੜੱਲੇ ਨਾਲ ਸਰਕਾਰਾਂ ਚਲਾਉਂਦੇ ਵੀ ਨੇ। ਟਕਰਾਅ ਬਣਦੇ ਹੀ ਨੇ, ਟਕਰਾਅ ਹੁੰਦੇ ਰਹਿੰਦੇ ਆ, ਔਰ ਇਹ ਸੱਤਾ ਹੈ ਹੀ ਟਕਰਾਵਾਂ ਦੀ ਖੇਡ। ਪਰ ਮੈਂ ਜਾਂਦੇ ਜਾਂਦੇ ਸਿਰਫ ਹੁਣ ਸਰਦਾਰ ਹਰਮੀਤ ਸਿੰਘ ਜੀ, ਜਿਹੜੇ ਪਹਿਲਵਾਨ ਕੁੜੀਆਂ ਦੇ ਮਾਮਲੇ ਨਜਿੱਠੇ ਕਿਉਂ ਨਹੀਂ ਗਏ? ਕਮੇਟੀਆਂ ਬਣਾਤੀਆਂ, ਸਾਰਾ ਕੁਝ ਹੋਇਆ, ਰੌਲੇ ਪਏ, ਕਿੰਨਾ ਮੀਡੀਆ ਦੇ ਵਿੱਚ ਇਹ ਸਾਰੇ ਮਾਮਲੇ ਆਏ, ਲੇਕਿਨ ਉਸ ਤੋਂ ਬਾਅਦ ਉਹ ਕੁੜੀਆਂ ਉੱਥੇ ਦੀਆਂ ਉੱਥੇ ਖੜੀਆਂ, ਉਹਨਾਂ ਨੂੰ ਇਨਸਾਫ ਕਹਿੰਦੀਆਂ ਸਾਨੂੰ ਕੋਈ ਨਹੀਂ ਮਿਲਿਆ। ਇਹ ਦੇਸ਼ ਜਾ ਕਿੱਧਰ ਰਿਹਾ? ਆਖਿਰਕਾਰ ਇਹਦੇ ਹਾਕਮ ਚਾਹੁੰਦੇ ਕੀ ਆ? ਜੇ ਕੋਈ ਇੱਕ ਵਿਅਕਤੀ ਤੁਹਾਨੂੰ ਲੱਗਦਾ ਹੈ ਕਿ ਕਿਸੇ ਰੂਪ ਦੇ ਵਿੱਚ ਦੋਸ਼ੀ ਹੋ ਸਕਦਾ, ਉਹਦੀ ਜਾਂਚ ਕਰਾ ਲਓ। ਜਾਂਚ ਕਰਾਉਣ 'ਚ ਹਰਜ ਕੀ ਆ? ਟਰਾਂਸਪੇਰੈਂਸੀ ਹੋਣੀ ਚਾਹੀਦੀ ਆ, ਇੰਨੀ ਕੁ ਤਾਂ ਬਣਦੀ ਹੈ ਨਾ। ਫਿਰ ਉਹ ਕੁੜੀਆਂ ਜਿਹੜੀਆਂ ਦੇਸ਼ ਦਾ ਮਾਣ ਸਨਮਾਨ ਵਧਾਉਂਦੀਆਂ ਨੇ, ਉਹ ਪਹਿਲਵਾਨ ਬਾਕੀ ਵੀ ਸਾਰੇ ਨਾਲ ਨੇ, ਭਾਵੇਂ ਮੇਲ ਨੇ ਫੀਮੇਲ ਨੇ, ਸਾਰੇ ਇਕੱਠੇ ਨੇ ਜੀ। ਅਸਲ ਦੇ ਵਿੱਚ ਉਹ ਤਾਂ ਨਾਰਮਲ ਕੁੜੀਆਂ ਹੈ ਨਹੀਂ, ਉਹ ਤਾਂ ਬਾਰ-ਬਾਰ ਪ੍ਰਧਾਨ ਮੰਤਰੀ ਨੇ ਬੁਲਾ ਕੇ ਚਾਹ ਪਿਲਾਈ ਹੈ, ਰੋਟੀ ਖਵਾਈ ਹੈ ਜਦੋਂ ਮੈਡਲ ਲੈ ਕੇ ਆਉਂਦੀਆਂ ਸੀ ਉਹ ਬੱਚੀਆਂ। ਮਤਲਬ ਉਸ ਕੱਦ ਦਾ, ਔਰ ਜਿਹਦੇ ਕੋਲ ਇੱਕ ਰਿਸੋਰਸ ਹੋ ਗਏ, ਬਾਕੀ ਚੀਜ਼ਾਂ ਹੋ ਗਈਆਂ ਨੇ, ਤੇ ਜੇ ਉਸ ਕੱਦ ਦੇ ਜਿਹੜੇ ਲੋਕ ਨੇ ਸਾਡੇ ਸਮਾਜ ਦੇ ਵਿੱਚ, ਉਹ ਕੋਈ ਗੱਲ ਉਠਾਉਂਦੇ ਨੇ, ਉਹਨਾਂ ਦੀ ਨਹੀਂ ਸੁਣੀ ਜਾਂਦੀ, ਤਾਂ ਫਿਰ ਹੋਰ ਕਿਹਦੀ ਸੁਣੀ ਜਾਊਗੀ? ਇਹਦੇ ਤੋਂ ਪਤਾ ਲੱਗਦਾ ਕਿ ਕੋਈ ਰੂਲ ਆਫ ਲਾਅ ਦੀ ਚੀਜ਼ ਹੈ ਜਾਂ ਬਾਕੀ ਕੀ ਹੈ। ਪਿਛਲੇ ਐਸੇ ਜਨਵਰੀ 'ਚ ਆਈਆਂ ਸੀ ਪਹਿਲਾਂ, ਉਹ ਜਨਵਰੀ 'ਚ ਕਈ ਦਿਨ ਉਹ ਜੰਤਰ ਮੰਤਰ ਤੇ ਬੈਠੇ, ਜਦੋਂ ਲਗਾਤਾਰ ਬੈਠੇ ਇੱਕ ਦਬਾਅ ਬਣਿਆ। ਦਬਾਅ ਬਣ ਕੇ ਜਿਹੜਾ ਖੇਡ ਮੰਤਰੀ ਆਪ ਗਿਆ, ਉਹਨਾਂ ਨਾਲ ਗੱਲ ਕੀਤੀ ਤੇ ਗੱਲ ਕਰਕੇ ਇੱਕ ਕਮੇਟੀ ਫਾਰਮ ਕਰਤੀ ਤੇ ਇਹ ਕਮੇਟੀ ਦੇਖੂਗੀ। ਹਾਲਾਂਕਿ ਉਹ ਕੋਈ ਐਜੀਟੇਟਰ ਤਾਂ ਰੋਜ਼ ਹੈ ਨਹੀਂ ਕਿ ਰੋਜ਼ ਐਜੀਟੇਸ਼ਨ ਹੀ ਕਰਨ, ਪਲੇਅਰ ਨੇ ਆਪਣਾ ਰੋਜ਼ ਦਾ ਕੰਮ ਵੀ ਕਰਨਾ, ਐਕਸਰਸਾਈਜ਼ ਬਾਕੀ ਚੀਜ਼ਾਂ ਨੇ, ਉਹਨਾਂ ਨੇ ਮੰਨ ਲਈ, ਚਲੋ ਠੀਕ ਹੈ ਜੀ, ਜੋ ਵੀ ਹੈ। ਪਰ ਉਹਦੇ 'ਚ ਵੀ ਤੁਸੀਂ ਦੇਖੋ ਕਿ MP ਹੈ ਜਿਹੜਾ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦਾ ਪ੍ਰਧਾਨ ਹੈ, ਜਿਹਦਾ ਨਾਂ ਹੈ ਬ੍ਰਿਜ ਭੂਸ਼ਣ ਸਰਨ ਸਿੰਘ। ਬ੍ਰਿਜ ਭੂਸ਼ਣ ਸਰਨ ਸਿੰਘ ਨੇ ਉਦੋਂ ਇੱਕ ਬਿਆਨ ਦਿੱਤਾ ਸੀ, ਜਿਹੜੇ ਬਿਆਨ 'ਚੋਂ ਹੰਕਾਰ ਬਹੁਤ ਡੁੱਲ ਡੁੱਲ ਪੈਂਦਾ ਸੀ। ਕਹਿੰਦਾ ਹਵਾ 'ਚ ਨਹੀਂ ਮੈਂ ਲੀਡਰ ਬਣਿਆ, ਕਿਸੇ ਦੇ ਰਹਿਮੋ ਕਰਮ ਤੇ ਨਹੀਂ ਆ। ਤੇ ਇਹਦਾ ਮਤਲਬ ਰਹਿਮੋ ਕਰਮ ਤੇ ਨਹੀਂ ਆ ਦਾ ਮਤਲਬ ਹੁੰਦਾ ਕਿ ਉੱਪਰ ਤੱਕ ਕਿਸੇ ਦੀ ਤਾਕਤ ਨਹੀਂ ਹੈ ਮੈਨੂੰ ਛੇੜ ਲੈਣ ਦੀ। ਤਾਂ ਉਹ ਤਾਕਤ ਕਿੰਨੀ, ਵਾਕਈ ਤਾਕਤ ਦਿਖਾਈ ਨਹੀਂ ਦਿੰਦੀ। ਅਸੀਂ ਕਹਿੰਦੇ ਆ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੋਂ ਬਿਨਾਂ ਪੱਤਾ ਨਹੀਂ ਹਿਲਦਾ BJP 'ਚ, ਬਾਕੀ 'ਚ ਨਹੀਂ। ਇਹਦਾ ਮਤਲਬ ਬ੍ਰਿਜ ਭੂਸ਼ਣ ਸਰਨ ਸਿੰਘ ਉਹਨਾਂ ਦੀਆਂ ਤਾਕਤਾਂ ਹੇਠਾਂ ਕੁਰਸੀ ਦੀ ਬੁਨਿਆਦ 'ਚ ਬੈਠੀਆਂ ਹੋਈਆਂ ਨੇ ਕਿਤੇ। ਨਹੀਂ ਤਾਂ ਜਾਂਚ ਹੋਣੀ ਚਾਹੀਦੀ ਹੈ। ਜਾਂਚ ਦਾ ਮਤਲਬ ਹੈ ਉਹ ਬੰਦਾ ਟੌਪ ਸੀਟ ਤੇ ਕਿਉਂ ਹੈ, ਉਹ ਸੀਟ ਤੋਂ ਅਸਤੀਫਾ ਦੇ ਕੇ ਉਦੋਂ ਬਾਅਦ ਜਾਂਚ ਹੋ ਸਕਦੀ ਹੈ ਨਾ। ਜੇ ਉਹ ਬੰਦਾ ਉਸੇ ਸੀਟ ਤੇ ਹੈ, ਉਹ ਰੈਸਲਿੰਗ ਫੈਡਰੇਸ਼ਨ ਦਾ ਪ੍ਰਧਾਨ ਵੀ ਹੈ, ਨਹੀਂ ਉਹ ਤੋਂ ਹਟ ਰਿਹਾ, ਤਾਂ ਕੀ ਕਿਹਾ ਜਾਏਗਾ ਉਸ ਮਾਮਲੇ 'ਚ? ਜਦੋਂ ਹੁਣ ਉਹ ਸਭ ਨੇ ਦੇਤਾ ਕਮੇਟੀ ਨੂੰ, ਉਹ ਕੁੜੀਆਂ ਕੱਲ ਮਤਲਬ ਉਹਨਾਂ ਨੇ ਐਤਵਾਰ ਦੀ ਰਾਤ ਵੀ ਉੱਥੇ ਗੁਜ਼ਾਰੀ ਹੈ। ਤੇ ਇੱਕ ਸੰਗ ਸਰਮੀ ਹੁੰਦੀ ਹੈ ਸਮਾਜ ਦੇ ਵਿੱਚ ਵੀ ਤੇ ਇੱਕ ਕਿਸੇ ਦੇਸ਼ ਦੇ ਵਿੱਚ ਕਿ ਤੁਹਾਡੇ ਨਾਮੀ ਪਹਿਲਵਾਨ ਜਿਹੜੇ ਨੇ ਉਹ ਜੰਤਰ ਮੰਤਰ ਤੇ ਸੌ ਰਹੇ ਨੇ ਕੇਵਲ ਆਪਣੀ ਇੱਕ ਗੱਲ ਕਰਕੇ ਕਿ ਉਹ ਥਾਣੇ ਗਈਆਂ ਸੀ, ਥਾਣੇ ਦੇ ਵਿੱਚ FIR ਦਰਜ ਕਰਾਉਣ। FIR ਨਹੀਂ ਥਾਣਾ ਕਰ ਰਿਹਾ ਉਹਨਾਂ ਦੀ, ਤੇ ਇਹ ਤਾਂ ਮਤਲਬ ਫਸਟ ਇਨਫੋਰਮੇਸ਼ਨ ਰਿਪੋਰਟ ਹੁੰਦੀ ਹੈ ਨਾ, ਬਾਅਦ ਚ ਇਨਵੈਸਟੀਗੇਸ਼ਨ ਜੋ ਮਰਜ਼ੀ ਹੋਵੇ। ਸੁਪਰੀਮ ਕੋਰਟ ਦੀਆਂ ਜੱਜਮੈਂਟਾਂ ਨੇ, ਤੁਸੀਂ ਕਿਸੇ ਨੂੰ FIR ਤੋਂ ਡਿਨਾਈ ਨਹੀਂ ਕਰ ਸਕਦੇ। ਬਾਕੀ ਸਾਰਾ ਕੁਝ ਤੁਹਾਡੇ ਸਾਹਮਣੇ ਹੈ ਤੇ ਤੁਹਾਡੀ FIR ਨਹੀਂ ਲਿਖੀ ਜਾ ਰਹੀ। ਫਿਰ ਉਹ ਉੱਥੇ ਬਹਿ ਗਿਆ। ਪਿਛਲੇ ਸ਼ੁੱਕਰਵਾਰ ਗਈਆਂ ਸੀ ਉਹ FIR ਦਰਜ ਕਰਾਉਣ ਦੇ ਵਾਸਤੇ। ਫਿਰ 7 ਕੁੜੀਆਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਤੇ ਸੁਪਰੀਮ ਕੋਰਟ ਨੇ ਹਾਲਾਂਕਿ ਇਹ ਕਿਹਾ ਵੀ ਸੱਤਾਂ ਦੇ ਨਾਮ ਨਹੀਂ ਦੇਣੇ, ਬੇਟੀਆਂ ਦਾ ਮਾਮਲਾ ਹੈ ਔਰ ਜੌਨ ਸ਼ੋਸ਼ਣ ਦਾ ਮਾਮਲਾ ਹੈ। ਉਹਨਾਂ ਨੇ ਇਹ ਕਿਹਾ ਕਿ 15 ਕੁੜੀਆਂ ਨੇ ਕਿਹਾ ਕਿ ਸਾਡੇ ਨਾਲ ਜਾਂ ਕੋਸ਼ਿਸ਼ ਕੀਤੀ ਗਈ ਤੇ ਸਾਡਾ ਜੌਨ ਸ਼ੋਸ਼ਣ ਹੋਇਆ, ਇਹ ਜਿਹੜਾ ਬੰਦਾ ਬੈਠਾ ਹੈ ਉਹਦੇ ਵੱਲੋਂ ਜਾਂ ਉਹਨਾਂ ਦੇ ਨਾਲ ਦੇ ਬੰਦਿਆਂ ਵੱਲੋਂ। ਤੇ ਜਦੋਂ ਐਲੀਗੇਸ਼ਨ ਲਾਉਂਦੀਆਂ ਨੇ ਉਹ ਕਹਿੰਦੀਆਂ ਜਾਂ ਫਿਰ ਸਾਡੇ ਖਿਲਾਫ FIR ਦਰਜ ਕਰ ਦੋ, ਜੇ ਉਹਦੇ ਖਿਲਾਫ ਨਹੀਂ ਕਰਨੀ ਕੁਛ ਤਾਂ ਕਰੋ। ਅਸੀਂ ਬਲੇਮ ਕਰ ਰਹੇ ਹਾਂ ਤੁਹਾਡੇ ਇੱਕ ਹੀਰੇ ਬੰਦੇ ਨੂੰ, ਡੀਫੇਮ ਕਰ ਰਹੇ ਹਾਂ, ਸਾਨੂੰ ਚੱਕ ਕੇ ਥਾਣੇ ਬੰਦ ਕਰ ਦੋ ਜੀ। ਇਹ ਕਹਿਣਾ ਕਿਸੇ ਦਾ ਜਿੱਥੇ ਬੇਟੀ ਪੜਾਓ ਬੇਟੀ ਬਚਾਓ ਦੇ ਕਨਸੈਪਟ ਅਸੀਂ ਜੋ ਮਰਜ਼ੀ ਨਾਅਰੇਬਾਜ਼ੀ ਦਈਏ, ਤਾਂ ਔਰਤ ਦੀ ਹਾਲਤ ਸਾਡੇ ਸਮਾਜ ਦੇ ਵਿੱਚ ਕਿੱਥੇ ਖੜੀ ਹੈ ਔਰ ਸਟੇਟ ਮੂਕ ਦਰਸ਼ਕ ਬਣ ਜਾਏਗੀ। ਪਰ ਅਦਾਲਤ ਨੇ ਉਹ ਕੁੜੀਆਂ ਦਾ ਨਾਂ ਕਰ ਲਿਆ, ਮਤਲਬ ਬੰਦ ਕਲੋਜ਼ ਦੇ ਤੌਰ ਤੇ। ਉਹ ਸਾਰੇ ਡਾਕੂਮੈਂਟ ਵੀ ਬਣਾ ਰਹੇ। ਕਪਲ ਸਿਬਲ ਜਦੋਂ ਉਹਨਾਂ ਲਈ ਪੇਸ਼ ਹੋਏ ਉਹ ਕਹਿੰਦੇ ਕੋਈ FIR ਨਾ ਦਰਜ ਹੋਵੇ, ਤਾਂ ਦਿੱਲੀ ਪੁਲਿਸ ਨੂੰ ਵੀ ਬੁਲਾਇਆ ਤੇ 28 ਅਪ੍ਰੈਲ ਰੱਖੀ ਆ, ਆਹੀ ਅਗਲਾ ਫਰਾਈਡੇ।
ਤੇ ਉਹਦੇ ਤੇ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਤੋਂ ਬਾਅਦ ਦਾ ਸਵਾਲ ਹੈ। ਪਰ ਸਾਰੇ ਲੋਕ ਪ੍ਰਾਈਮ ਮਿਨਿਸਟਰ ਤੋਂ ਉਮੀਦ ਕਰਦੇ ਨੇ ਕਿ ਪ੍ਰਾਈਮ ਮਿਨਿਸਟਰ ਕਦੋਂ ਬੋਲਣਗੇ ਇਹੋ ਜਿਹੇ ਮਾਮਲਿਆਂ ਦੇ ਉੱਤੇ, ਜਦੋਂ ਉਹ ਕਹਿੰਦੇ ਨੇ ਕਿ ਸਾਡੀ ਪਾਲਿਸੀ ਕਰਕੇ ਮੈਡਲ ਆਇਆ ਜਾਂ ਸਾਡੇ ਕਰਕੇ ਮੈਡਲ ਆਇਆ ਜਾਂ ਬਾਕੀ ਦੀਆਂ ਚੀਜ਼ਾਂ ਨੇ। ਔਰ ਦਿੱਲੀ ਦਾ ਚੀਫ ਮਿਨਿਸਟਰ ਨੇ ਪ੍ਰੈਸ ਕਾਨਫਰੰਸ ਕੀਤੀ, ਉਹ ਕਹਿੰਦਾ ਅਸੀਂ ਲੱਗੇ ਹੋਏ ਆ ਅੰਦਰ ਖਾਤੇ। ਕੀ ਪੰਚਾਇਤੀ ਸਮਝੌਤਾ ਕਰਾਉਣ ਚ ਲੱਗੇ ਨੇ, ਕਾਹਦੇ ਤੇ ਲੱਗੇ ਨੇ, ਜਾਂ ਕਾਨੂੰਨ ਮੁਤਾਬਕ ਕਾਰਵਾਈ ਕਰਨ ਤੇ ਲੱਗੇ ਨੇ? ਜੇ ਕਾਨੂੰਨ ਮੁਤਾਬਕ ਕਾਰਵਾਈ ਹੋਏਗੀ ਤਾਂ ਲੋਕਾਂ ਨੂੰ ਲੱਗੇਗਾ ਕੁਝ ਹੋ ਰਿਹਾ, ਨਹੀਂ ਤਾਂ ਫਿਰ ਤੁਹਾਡੇ ਸਾਹਮਣੇ ਆ ਜਾਏਗਾ ਜੋ ਵੀ ਹੈ। ਔਰ ਜਿਵੇਂ ਉਹ ਹਰਿਆਣੇ ਦੇ ਖੇਡ ਮੰਤਰੀ ਨਾਲ ਲੱਗੇ ਨੇ, ਕਿਤੇ ਉਵੇਂ ਤਾਂ ਨਹੀਂ ਲੱਗੇ ਹੋਏ, ਤੇ ਮੰਤਰੀ ਸਾਹਿਬ ਵੀ ਕਾਇਮ ਨੇ, ਸਾਰੇ ਜਾ ਕੇ ਫੀਤਾ ਵੀ ਕੱਟਦੇ ਨੇ, ਤੇ ਉਹਨਾਂ ਨਾਲ ਹੀ ਉਹ ਜੂਨੀਅਰ ਕੋਚ ਕੁੜੀ ਕੱਲੀ ਆਵਾਜ਼ ਚ ਤੁਰੀ ਫਿਰਦੀ ਹੈ ਵਿਚਾਰੀ, ਤੇ ਗੱਲ ਕਿਤੇ ਨਜ਼ਰ ਨਹੀਂ ਆ ਰਹੀ ਕਿਤੇ ਨਾ ਕਿਤੇ ਉਸ ਇਨਸਾਫ ਦੀ। ਸਰਦਾਰ ਜਗਤਾਰ ਸਿੰਘ ਜੀ, ਇਸ ਮਾਮਲੇ ਤੇ ਬੀਜੇਪੀ ਆਪਣੇ ਆਪ ਨੂੰ ਹਿੰਦੁਸਤਾਨ ਦੀ ਸਭਤਾ ਦਾ ਵਾਰਿਸ ਕਲੇਮ ਕਰਦੀ ਹੈ। ਜਿਹੜੀ ਪਾਰਟੀ ਆਪਣੇ ਆਪ ਨੂੰ ਵਾਰਿਸ ਕਲੇਮ ਕਰਦੀ ਹੋਵੇ, ਜੇ ਉਹ ਆਪਣੇ ਮੁਲਕ ਦੀਆਂ ਬੱਚਿਆਂ ਨੂੰ ਇਨਸਾਫ ਨਹੀਂ ਦਵਾ ਸਕਦੀ ਤੇ ਉਹਨਾਂ ਨੂੰ ਵਾਰਿਸ ਕਲੇਮ ਕਰਨ ਦਾ ਕੋਈ ਹੱਕ ਹੈ ਹੀ ਨਹੀਂ। ਤੇ ਇਹ ਇਸ਼ੂ ਪਹਿਲ ਦੇ ਆਧਾਰ ਤੇ ਇਹ ਦੇਖਿਆ ਜਾਣਾ ਚਾਹੀਦਾ ਸੀਗਾ। ਔਰ ਹੈਰਾਨੀ ਹੈ ਕਿ ਹੁਣ ਤੱਕ ਇਹ ਜ਼ਿਕਰ ਹੋ ਰਿਹਾ ਹੈ, ਜਦੋਂ ਕਿ ਮੋਦੀ ਸਾਹਿਬ ਇੰਨੇ ਸਟਰੋਂਗ ਲੀਡਰ ਹੈ, ਤੇ ਜਦੋਂ ਉਹਨਾਂ ਕੋਲੇ ਮਾਮਲਾ ਗਿਆ ਸੀਗਾ ਤੇ ਇਮੀਡੀਏਟਲੀ ਇਹਦਾ ਹੱਲ ਹੋਣਾ ਚਾਹੀਦਾ ਸੀਗਾ। ਕਿ ਸਿਆਸੀ ਕੰਪਲਸ਼ਨ ਇਹਨਾਂ ਬੱਚਿਆਂ ਦੀ ਇੱਜ਼ਤ ਤੋਂ ਵੱਡੀ ਹੈ? ਕਿ ਲੋਕ 2024 'ਚ ਫੈਸਲਾ ਕਰਨਗੇ ਕਿ ਇਹਨਾਂ ਬੱਚਿਆਂ ਨੂੰ ਜੇ ਇਨਸਾਫ ਨਹੀਂ ਮਿਲਿਆ ਤੇ ਇਸ ਸਰਕਾਰ ਦਾ ਕੀ ਕਰਨਾ ਹੈ? ਇਹ ਗੱਲ ਦੇਖਣ ਵਾਲੀ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।